ਅੱਜ ਦੀ ਗੁਰਮਤਿ ਕਲਾਸ ਵਿੱਚ ਹਾਜ਼ਰੀ ਭਰਨ ਵਾਲੇ ਸਾਰੇ ਵੀਰ ਭੈਣਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਜੀ। ਹਰ ਸੋਮਵਾਰ ਦੀ ਤਰ੍ਹਾਂ ਵੀਰ ਹਰਜੀਤ ਸਿੰਘ ਜੀ ਸਾਡੇ ਨਾਲ ਗੁਰਮਤਿ ਫਿਲਾਸਫੀ ਦੇ ਕਿਸੇ ਇੱਕ ਵਿਸ਼ੇ ਤੇ ਵਿਚਾਰ ਸਾਂਝੇ ਕਰਦੇ ਹਨ। तो ਅੱਜ ਜੋ ਪਿਛਲੇ 2 ਹਫ਼ਤਿਆਂ ਤੋਂ ਉਹਨਾਂ ਨੇ ਇੱਕ ਵਿਚਾਰ ਲੜੀ ਸ਼ੁਰੂ ਕੀਤੀ ਹੈ, ਧਰਮ ਕੀ ਹੈ, ਧਰਮ ਦੀ ਲੋੜ ਕੀ ਹੈ। तो ਉਸੇ ਲੜੀ ਦੇ ਅੰਦਰ ਅੱਗੇ ਅਗਲੇ ਵਿਚਾਰ ਜੋ ਹੈ ਅੱਜ ਸਾਡੇ ਨਾਲ ਸਾਂਝੇ ਕਰਨਗੇ। ਸੋ ਉਹਨਾਂ ਨੂੰ ਬੇਨਤੀ ਹੈ ਕਿ ਅੱਜ ਦੀ ਵਿਚਾਰ ਆਰੰਭ ਕਰਨ ਜੀ। ਵੀਰ ਹਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ जी की फतेह। वाहिगुरु साहिब जीओ। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद। वाहिगुरु 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 वाहिगुरु। वाहिगुरु जी का खालसा, वाहिगुरु जी की फतेह। सन्मानयोग गुरु प्यारे गुरु सवारियो, ਅਸੀਂ ਪਿਛਲੇ 2 ਹਫ਼ਤਿਆਂ ਤੋਂ ਧਰਮ ਦੀ ਗੱਲ ਕਰਦੇ ਆ ਰਹੇ ਹਾਂ। ਪਿਛਲੇ ਅਸੀਂ ਇਹ ਪੜ੍ਹਿਆ ਮਜ਼ਹਬ ਕੀ ਚੀਜ਼ ਹੈ। ਹੁਣ ਤੱਕ ਦੀ ਜੋ ਵਿਚਾਰ ਅਸੀਂ ਕੀਤੀ ਉਹਦਾ ਸੰਖੇਪ ਜਿਹੀ ਗੱਲ ਕਰਾਂ ਕਿ ਮਨੁੱਖ ਤੇ ਕਰਤਾਰ ਅਤੇ ਕਰਤਾਰ ਦੀ ਰਚਨਾ ਦੇ ਨਾਲ ਜੋ ਸੰਬੰਧ ਦਾ ਨਾਮ ਮਜ਼ਹਬ ਹੈ। ਫਿਰ ਦੁਬਾਰਾ ਦੁਹਰਾ ਰਿਹਾ, ਮਨੁੱਖ ਦੇ ਕਰਤਾਰ ਅਤੇ ਕਰਤਾਰ ਦੀ ਰਚਨਾ ਨਾਲ ਸੰਬੰਧ ਦਾ ਨਾਮ ਮਜ਼ਹਬ ਹੈ। ਇਹ ਸੰਬੰਧ 3 ਕਿਸਮ ਦਾ ਹੁੰਦਾ ਹੈ। ਹਰੇਕ ਮਨੁੱਖ ਮਾਤਰ ਇਹਨਾਂ ਤਿੰਨਾਂ ਵਿੱਚੋਂ ਕਿਸੇ ਨਾ ਕਿਸੇ ਇੱਕ ਪਟੜੀ ਦੇ ਉੱਤੇ ਇੱਕ ਰਸਤੇ ਤੇ ਜ਼ਰੂਰ ਤੁਰਦਾ ਹੈ। ਪਰ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਿਹਾ ਵਾਓ, ਜੋ ਆਸਾ ਕੀ ਵਾਰਦਾ ਮਨ ਜਿਹੜਾ ਸਰੀਰ ਦਾ ਰਾਜਾ ਮੰਨਿਆ ਜਾਂਦਾ ਹੈ। ਮਨ ਰਾਜਾ ਸੁਲਤਾਨ ਦੀ ਗੱਲ ਗੁਰਬਾਣੀ ਨੇ ਕੀਤੀ ਹੈ। ਇਹ ਸਰੀਰਕ ਇੰਦਰੀਆਂ ਪਾਸੋਂ ਕੰਮ ਕਰਾਉਂਦਾ ਹੈ। ਜੋ ਉਹਦੇ ਸੰਕਲਪ ਹੁੰਦੇ ਹਨ ਜਾਂ ਵਿਕਲਪ ਹੁੰਦੇ ਹਨ ਉਸ ਮੁਤਾਬਕ ਇਹ ਕੰਮ ਕਰਾਉਂਦਾ ਹੈ। ਇਸ ਕਰਕੇ ਮਨੁੱਖ ਦੇ ਕੰਮਾਂ ਨੂੰ ਵੇਖ ਕੇ ਅਸੀਂ ਉਹਦੇ ਮਨ ਦੀ ਹਾਲਾਤ ਨੂੰ, ਉਹਦੀ ਦਸ਼ਾ ਨੂੰ ਪਛਾਣ ਸਕਦੇ। ਮਨੁੱਖ ਦੇ ਕੰਮ ਵੱਲ ਦੇਖ ਕੇ ਉਹਦੀ ਮਾਨਸਿਕ ਦਸ਼ਾ ਦਾ ਪਤਾ ਲੱਗ ਜਾਂਦਾ ਹੈ। ਅਸੀਂ ਕਿਸੇ ਨੂੰ ਜਾਣਦੇ ਵੀ ਨਹੀਂ ਹੁੰਦੇ, ਲੇਕਿਨ ਉਹਦੀ ਗੱਲਬਾਤ ਸੁਣ ਕੇ, ਉਹਦੇ ਨਾਲ ਗੱਲਬਾਤ ਕਰਕੇ ਸਾਨੂੰ ਇਹ ਪਤਾ ਲੱਗਦਾ ਜੀ ਬੰਦਾ ਕਿਹੋ ਜਿਹਾ ਹੈ। ਅਸੀਂ ਅੰਦਾਜ਼ਾ ਜਿਹਾ ਉਸ ਗੱਲਬਾਤ ਤੋਂ ਲਾ ਲੈਂਦੇ ਹਾਂ। ਸਾਡੇ ਇਸ ਭਾਰਤ ਦੇਸ਼ ਦੇ ਵਿੱਚ ਇੱਕ ਬੜਾ ਵੱਡਾ ਭੁਲੇਖਾ ਬੜੇ ਚਿਰ ਤੋਂ ਤੁਰਿਆ ਹੁੰਦਾ ਸੀ। ਉਹ ਗੁਰਸਿੱਖੀ ਦਾ ਸੂਰਜ ਚੜ੍ਹ ਵੀ ਆਇਆ, ਪ੍ਰਕਾਸ਼ ਵੀ ਹੋ ਗਿਆ, ਮਿੱਟੀ ਧੁੰਦ ਜਗ ਚਾਨਣ ਹੋਆ ਦੀ ਗੱਲ ਵੀ ਅਸੀਂ ਕਰ ਲਈ। ਪਰ ਫਿਰ ਵੀ ਸਾਨੂੰ ਇਹ ਕਹਿ ਲਈਏ ਕਿ ਗੁਰਬਾਣੀ ਦੀ ਪੂਰੀ ਸਮਝ ਨਾ ਹੋਣ ਦੀ ਅਣਗਹਿਲੀ ਕਰਕੇ ਅੱਜ ਵੀ ਭੁਲੇਖੇ ਸਾਡੇ ਅੰਦਰ ਵੀ ਪ੍ਰਚਲਿਤ ਹਨ। ਪੂਰੀ ਸੋਝੀ ਨਾ ਹੋਣ ਕਰਕੇ ਉਹ ਅਸੀਂ ਰੱਬ ਨੂੰ ਮਿਲਣ ਲਈ ਜ਼ਰੂਰੀ ਸਮਝਿਆ ਗਿਆ ਕਿ ਮਨੁੱਖ ਗ੍ਰਸਥ ਨੂੰ ਛੱਡ ਦੇਵੇ, ਪਰਿਵਾਰ ਨੂੰ ਛੱਡ ਦੇਵੇ, ਕੋਈ ਖਾਸ ਲਿਬਾਸ, ਖਾਸ ਬਾਣਾ ਧਾਰਨ ਕਰੇ ਤੇ ਜਿਸ ਲਿਬਾਸ ਤੇ ਬਾਣੇ ਨੂੰ ਦੇਖ ਕੇ ਪਰਮਾਤਮਾ ਪ੍ਰਸੰਨ ਹੋ ਜਾਏ। ਇਹੀ ਕਾਰਨ ਹੈ ਕਿ ਅਸੀਂ ਗੁਰੂ ਸਾਹਿਬਾਨ ਨਾਲ ਭੋਰਿਆਂ ਵਿੱਚ ਵਾੜ ਦਿੱਤਾ। ਗੁਰੂ ਸਾਹਿਬਾਨ ਦੇ ਨਾਲ ਅਸੀਂ ਕੇਸ ਬੰਨ੍ਹ ਕੇ ਭਗਤੀ ਕਰਨ ਦੀ ਗੱਲ ਜੋੜ ਦਿੱਤੀ, ਕਿਲੀਆਂ ਬਣਾ ਦਿੱਤੀਆਂ। ਇਹ ਸਾਡੇ ਭੁਲੇਖੇ ਸੀ, ਅਸੀਂ ਉਸ ਪ੍ਰਭਾਵ ਚੋਂ ਨਿਕਲ ਨਹੀਂ ਸਕੇ। ਹਾਲਾਂਕਿ ਗੁਰਮਤਿ ਦਾ ਸੂਰਜ ਚੜ੍ਹਿਆ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕੋਲ ਮੌਜੂਦ, ਧਰਮ ਦੀ ਪੂਰੀ ਗੱਲ ਦੱਸਣ ਲਈ, ਮਜ਼ਹਬ ਦੀ ਗੱਲ ਦੱਸਣ ਲਈ, ਰਸਤਾ ਦੱਸਣ ਲਈ ਸਾਡੇ ਕੋਲ ਐਡਾ ਵੱਡਾ ਗਿਆਨ ਦਾ ਸੂਰਜ ਹੈ, ਖਜ਼ਾਨਾ ਸਾਡੇ ਕੋਲ, ਜੋ ਗੁਰੂ ਦਾ ਰੂਪ ਸਾਡੇ ਕੋਲ, ਗੁਰੂ ਸਾਡੇ ਕੋਲ। ਪਰ ਫਿਰ ਵੀ ਅਸੀਂ ਗੁਰੂ ਤੋਂ ਉਹ ਗੱਲ ਦਾ ਰੋਸ਼ਨੀ ਨਹੀਂ ਲੈ ਸਕੇ। ਬਹੁ ਗਿਣਤੀ ਦੇ ਮੁਤਾਬਕ ਜਾਂ ਭਾਰਤ ਵਰਸ਼ ਦੀ ਚੱਲ ਰਹੀ ਉਹ ਜੋ ਇੱਥੇ ਦੀ ਸਿਸਟਮ ਸੀ,
ਉਹਦੇ ਵਿੱਚ ਅਸੀਂ ਵੀ ਆਪਣੇ ਆਪ ਨੂੰ ਉਸੇ ਤਰ੍ਹਾਂ ਢਾਲ ਲਿਆ। ਪਰ ਜਿਸ ਤਰ੍ਹਾਂ ਦੀ ਮਨੁੱਖ ਦੀ ਮਨ ਦੀ ਨੀਅਤ ਹੋਏਗੀ, ਉਸ ਦੇ ਅਨੁਸਾਰ ਹੀ ਉਹਦੇ ਬਾਹਰ ਦੇ ਕੰਮ ਹੋਣਗੇ। ਇੱਕ ਗੱਲ ਮੈਂ ਹੋਰ ਇੱਥੇ ਨਾਲ ਕਰੀ ਜਾਂ ਕੋਈ ਧਰਮ ਨਾਲ ਬੜੀਆਂ ਚੀਜ਼ਾਂ ਸੰਬੰਧ ਰੱਖਦੀਆਂ ਨੇ। ਇੱਕ ਕੰਮ ਕਰਨ ਵਾਲੇ ਹੀ, ਇੱਕੋ ਕਾਰ ਵਿਹਾਰ ਕਰਨ ਵਾਲੇ ਦੋ ਮਨੁੱਖਾਂ ਦੇ ਅੰਦਰਲੇ ਦਾ ਜਿਹੜਾ ਰੁੱਖ ਹੈ ਉਹ ਵੱਖਰਾ ਵੱਖਰਾ ਹੁੰਦਾ ਹੈ, ਇੱਕੋ ਜਿਹਾ ਨਹੀਂ ਹੁੰਦਾ। ਇੱਕੋ ਜਿਹਾ ਬਿਜ਼ਨਸ ਕਰਨ ਵਾਲੇ, ਸੇਮ ਚੀਜ਼ਾਂ ਦਾ ਬਿਜ਼ਨਸ ਕਰਨ ਵਾਲਿਆਂ ਦੇ ਕਦੀ ਵੀ ਵਿਚਾਰ ਇੱਕੋ ਜਿਹੇ ਨਹੀਂ ਹੁੰਦੇ। ਉਹਨਾਂ ਦੀ ਅੰਦਰਲਾ ਜਿਹੜਾ ਹੈ ਉਹਦੀ ਸੋਚ ਦੇ ਉੱਤੇ ਡਿਪੈਂਡ ਕਰਦਾ ਵੀ ਉਹਨਾਂ ਦਾ ਵਿਹਾਰ ਆਚਾਰ ਕਿਹੋ ਜਿਹਾ ਹੋਏਗਾ, ਉਹਦੇ ਅੰਦਰਲੇ ਦੀ ਸੋਚ ਦੇ ਉੱਤੇ। ਤੇ ਇਸੇ ਕਰਕੇ ਅੰਦਰਲੇ ਦੀ ਸੋਚ ਕਰਕੇ ਉਹਨਾਂ ਦੇ ਕੰਮ ਦੇ ਭਾਵ ਕਰਤੂਤ ਦਾ ਵੀ ਫਰਕ ਜਿਹੜਾ ਤੁਹਾਨੂੰ ਸਾਫ਼ ਨਜ਼ਰ ਆ ਜਾਏਗਾ। ਕਰਤੂਤ ਦਾ ਮਤਲਬ ਕੋਈ ਮਾੜੇ ਪਾਸੇ ਨਾ ਜਾਈਏ, ਬਾਹਰ ਦੇ ਕੰਮ ਕਰਨ ਦੇ ਢੰਗ। ਕਰਤੂਤ ਦਾ ਮਤਲਬ ਇਹ ਅਸੀਂ ਲੈ ਸਕਦੇ ਹਾਂ। ਜਿੰਨਾ ਚਿਰ ਇਹ ਮਨ ਨੂੰ ਅਸੀਂ ਮੋੜਦੇ ਨਹੀਂ, ਜਿੰਨੀ ਜਾਂ ਇਹ ਕਹਿ ਲਈਏ ਮਨ ਉਨੀ ਦੇਰ ਤੱਕ ਮੁੜਦਾ ਨਹੀਂ ਜਦ ਤੱਕ ਅੰਦਰੋਂ ਮਲਾਹ ਜਿਹੜਾ ਸਾਡਾ ਚਲਾ ਰਿਹਾ ਹੈ ਸਰੀਰ ਨੂੰ, ਮਨ ਦਾ ਰੁੱਖ ਨਹੀਂ ਅਸੀਂ ਮੋੜਦੇ, ਪੂਰੀ ਤਰ੍ਹਾਂ ਰੁੱਖ ਨਹੀਂ ਮੋੜਦੇ, ਉਨੀ ਦੇਰ ਤੱਕ ਗੱਡੀ ਬਣਦੀ ਨਹੀਂ। ਇਹ ਚੀਜ਼ਾਂ ਧਰਮ ਨਾਲ ਬਹੁਤ ਵੱਡਾ ਸੰਬੰਧ ਰੱਖਦੀਆਂ ਨੇ। ਤਾਂ ਖੈਰ ਸਿੱਟਾ ਇਹ ਨਿਕਲਦਾ ਹੈ ਕਿ ਆਚਾਰ, ਦੁਰਾਚਾਰ ਜਾਂ ਸਦਾਚਾਰ, ਇਹਦਾ ਆਧਾਰ ਮਨ ਦੇ ਰੁੱਖ ਦੇ ਉੱਤੇ, ਮਨ ਦੀ ਜਿਹੜੀ ਡਾਇਰੈਕਸ਼ਨ ਹੈ ਉਹਦੇ ਤੇ ਡਿਪੈਂਡ ਕਰਦਾ ਹੈ। ਇਹ ਗੱਲ ਬੜੀ ਸਾਨੂੰ ਸਮਝ ਲੈਣੀ ਚਾਹੀਦੀ, ਬੜੀ ਕੰਮ ਦੀ ਗੱਲ ਹੈ ਉਹ। ਇਸ ਗੱਲ ਦੇ ਵਿੱਚ ਹੀ ਸਾਡੀ ਜ਼ਿੰਦਗੀ ਦੀ ਸਫਲਤਾ ਦਾ ਰਾਜ ਛੁਪਿਆ ਹੋਇਆ ਹੈ। ਆਚਾਰ ਜਾਂ ਦੁਰਾਚਾਰ ਜਾਂ ਸਦਾਚਾਰ ਲਫ਼ਜ਼ ਵਰਤ ਲਈਏ, ਇਹ ਮਨ ਦੇ ਰੁੱਖ ਦੇ ਉੱਤੇ ਨਿਰਭਰ ਕਰਦਾ ਹੈ। ਮਨ ਦਾ ਤਿੰਨਾਂ ਸੰਬੰਧਾਂ ਵਿੱਚੋਂ ਇੱਕ ਸੰਬੰਧ ਜ਼ਰੂਰ ਕਰਤਾਰ ਤੇ ਉਸਦੀ ਰਚਨਾ ਨਾਲ ਹੋਣਾ ਚਾਹੀਦਾ ਹੈ। ਇਸ ਵਾਸਤੇ ਇਸ ਮਨ ਦਾ ਜਿਹੜਾ ਕੰਮ ਹੈ, ਵਿਹਾਰ ਹੈ, ਉਹ ਵੀ ਤਿੰਨ ਤਰ੍ਹਾਂ ਦਾ ਹੁੰਦਾ। ਜਾਂ ਇਹ ਕਹਿ ਲਈਏ ਜਿਹੋ ਜਿਹਾ ਮਨ ਦਾ ਰੁੱਖ ਹੈ ਤੇ ਉਹ ਤੇ ਮਨੁੱਖ ਦਾ ਚਾਲ ਚੱਲਣਾ। ਮੈਂ ਸੰਖੇਪ ਵਿੱਚ ਇਹਨੂੰ ਅੱਗੇ ਨੂੰ ਤੋਰੀਏ। ਹੁਣ ਜੇ ਅੰਦਰਲੇ ਦਾ ਰੁੱਖ ਪਹਿਲੀ ਅਵਸਥਾ ਵਿੱਚ ਹੈ, ਭਾਵ ਜਿਹੀ ਖਿਆਲ ਹੈ ਕਿ ਮਨੁੱਖਾ ਜੀਵਨ ਬਤੀਤ ਕਰਦਿਆਂ ਸਿਰਫ ਆਪਣਾ ਹੀ ਸੁੱਖ ਭਾਲਣਾ ਹੈ, ਤਾਂ ਫਿਰ ਉਹਨੂੰ ਆਪਣੇ ਸੁੱਖ ਦੇ ਬਾਰੇ ਹੀ ਹਮੇਸ਼ਾ ਫੁਰਨਗੇ। ਜੇ ਬੰਦੇ ਦੀ ਸੋਚ ਇਹ ਹੈ, ਉਹਨੂੰ ਫੁਰਨੇ ਵੀ ਉਹੋ ਜਿਹੇ ਫੁਰਨਗੇ, ਅਤੇ ਉਹਦਾ ਚਾਲ ਚੱਲਣ ਵੀ, ਉਹਦਾ ਆਚਾਰ ਵਿਹਾਰ ਵੀ ਉਸੇ ਮੁਤਾਬਕ ਹੀ ਢਲਦਾ ਜਾਏਗਾ, ਬਿਲਕੁਲ ਉਸੇ ਤਰ੍ਹਾਂ ਢਲਦਾ ਜਾਏਗਾ। ਸਾਡੀ ਸੋਚ ਦੇ ਉੱਤੇ ਸਾਈਕੋਲੋਜੀਕਲੀ ਅਸੀਂ ਇਹਨੂੰ ਪਰਖ ਕੇ ਦੇਖੀਏ ਤਾਂ ਬਿਲਕੁਲ 100% ਸਾਨੂੰ ਸੱਚਾਈ ਨਜ਼ਰ ਆਏਗੀ ਇਹਨਾਂ ਗੱਲਾਂ ਵਿੱਚ। ਜੇ ਮਨੁੱਖ ਦਾ ਮਨ ਅਜੇ ਮਾਇਆ ਦੇ ਵਿੱਚ ਹੀ ਫਸਿਆ ਹੋਇਆ ਹੈ ਤਾਂ ਉਹ ਆਪਣੇ ਸੁੱਖ ਦੀ ਖਾਤਰ ਦੂਜਿਆਂ ਦਾ ਬੁਰਾ ਮੰਗਣ ਤੋਂ ਵੀ ਕਦੀ ਸੰਕੋਚ ਨਹੀਂ ਕਰੇਗਾ। ਆਪਣੇ ਸੁੱਖ ਦੀ ਖਾਤਰ, ਔਰ ਹੁੰਦਾ ਬਹੁਤਾ ਕੁਛ ਇਹੋ ਹੀ ਹੈ, ਦੂਜਿਆਂ ਦਾ ਬੁਰਾ ਮੰਗਦਾ ਹੀ ਹੈ। ਪਰ ਜੇ ਕਿਸੇ ਮਜ਼ਹਬ ਦੀ ਊੜ ਲੈ ਲਈ ਤੇ ਉਸ ਮਜ਼ਹਬ ਦਾ ਆਦਰਸ਼ ਵੀ ਆਪਣੇ ਸੁੱਖਾਂ ਦੀ ਭਾਲ ਹੀ ਹੈ, ਤਾਂ ਫਿਰ ਸੁੱਖ ਦੀ ਖਾਤਰ ਮਨੁੱਖ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਜਾ ਡੁੱਬਾ ਰਹੇਗਾ, ਕਿਉਂਕਿ ਉਹਦਾ ਮਜ਼ਹਬ ਦਾ ਆਦਰਸ਼ ਹੀ ਇਹੋ ਹੈ। ਮਜ਼ਹਬ ਦਾ ਬੜਾ ਸੰਬੰਧ ਹੈ ਸਾਡੇ ਜੀਵਨ ਦੇ ਨਾਲ। ਜਾਂ ਇਹ ਕਹਿ ਲਈਏ ਕਿ ਆਪਣੇ ਦੁੱਖਾਂ ਦੀ ਨਿਵਰਤੀ, ਕਿਉਂਕਿ ਸੁੱਖਾਂ ਦੀ ਭਾਲ ਕਰਦਾ ਹੈ, ਦੁੱਖਾਂ ਦੀ ਨਿਵਰਤੀ ਦਾ ਸਾਧਨ ਜਿਹੜਾ ਹੈ ਉਹ ਦੇਵੀ ਦੇਵਤੇ, ਪੂਜਾ, ਕੀਰਤਨ ਨੂੰ, ਕਰਤਾਰ ਨੂੰ ਛੱਡ ਕੇ ਕੀਰਤਨ ਦੀ ਪੂਜਾ, ਬਸ ਸਾਰਾ ਜ਼ਿੰਦਗੀ ਉਹਨੂੰ ਮਸਤੀ ਇਹਦੇ 'ਚ ਹੀ ਰਹੇਗੀ। ਉਹ ਰਹੇਗਾ ਆਪਣੀ ਚਿੰਤਾ ਵਿੱਚ ਹੀ ਮਸਤ, ਅੰਦਰੋਂ ਉਹਦੇ ਚਿੰਤਾ ਆਪਣੇ ਸੁੱਖ ਦੀ ਹੀ ਲੱਗੀ ਰਹੇਗੀ, ਬਿਲਕੁਲ 100%। ਕਰਮਾਂ ਦੇ ਘੁੰਮਣ ਘੇਰਿਆਂ ਦੇ ਵਿੱਚ ਫਸੇ ਹੋਣ ਕਰਕੇ ਆਪਣੀ ਕਿਸਮਤ ਦੀ ਗੱਲਾਂ ਕਰੇਗਾ, ਦੂਜਿਆਂ ਨੂੰ ਦੇਖ ਕੇ ਉਹਨਾਂ ਦੀ ਸੇਵਾ ਕਰਨ ਦਾ ਚਾਅ ਉਹਦੇ ਮਨ 'ਚ ਨਹੀਂ ਆ ਸਕਦਾ। ਬਸ ਉਹਦੇ ਮਨ 'ਚ ਕਦੀ ਏਦਾਂ ਦਾ ਚਾਅ ਪੈਦਾ ਨਹੀਂ ਹੋ ਸਕਦਾ, ਨਾ ਹੀ ਹੋਏਗਾ, ਨਾ ਹੋ ਸਕਦਾ ਹੈ, ਕਿਉਂਕਿ ਉਹਦਾ ਅੰਦਰਲਾ ਸੁਭਾਅ ਸਿਰਫ ਆਪਣੇ ਸੁੱਖ ਤੱਕ ਹੈ। ਉਹ ਇਹ ਸਮਝਦਾ ਵੀ ਕਰਮਾਂ ਦਾ ਫਲ ਬੜਾ ਮਿਟ ਨਹੀਂ ਸਕਦਾ, ਅਮੇਟ ਹੈ। ਇਸ ਵਾਸਤੇ ਉਹ ਦੁਖੀ ਮਨੁੱਖ ਆਪਣੇ ਮੱਧ ਕਰਮਾਂ ਦਾ ਫਲ ਅਵਸ਼ ਭੋਗਣਗੇ,
ਉਹਦੇ ਦਿਮਾਗ 'ਚ ਇਹ ਗੱਲਾਂ ਹੁੰਦੀਆਂ ਨੇ, ਜਿਹੜਾ ਬੰਦਾ ਆਪਣੇ ਹੀ ਸੋਚਦਾ ਔਰ ਮਜ਼ਹਬ ਨੂੰ ਸਿਰਫ ਇਸ ਢੰਗ ਨਾਲ ਸੋਚਦਾ। ਤੇ ਕਹਿੰਦਾ ਜੇ ਬਾਕੀ ਭੋਗਦੇ ਆ ਦੁਨੀਆ ਨੂੰ ਦੇਖ ਕੇ, ਕਹਿੰਦਾ ਦੁਖੀਆਂ ਨੂੰ ਦੇਖ ਕੇ ਇਹ ਸੋਚਦਾ ਵੀ ਉਹ ਤਾਂ ਕਰਮਾਂ ਦਾ ਦੁੱਖ ਭੋਗਦੇ ਜਾਂ ਭੋਗੀ ਜਾਣ, ਮੈਂ ਕੀ ਲੈਣਾ ਦੇਣਾ, ਮੇਰਾ ਕੀ ਸੰਬੰਧ ਆ ਉਹਦੇ ਨਾਲ, ਉਹਨਾਂ ਦੇ ਭਾਗ ਹੀ ਏਦਾਂ ਦੇ, ਉਹਨਾਂ ਦੇ ਕਰਮ ਹੀ ਇਹੋ ਜਿਹੇ ਨੇ, ਮਤਲਬ ਉਹਦਾ ਸੰਬੰਧ ਇਹੋ ਜਿਹਾ, ਉਹਦੀ ਸੋਚ ਇਹੋ ਜਿਹੀ ਹੁੰਦੀ ਹੈ। ਸੁੱਖਾਂ ਦੀ ਪ੍ਰਾਪਤੀ ਲਈ ਤੇ ਦੁੱਖਾਂ ਦੀ ਨਿਵਰਤੀ ਲਈ ਉਹ ਮਨੁੱਖ ਫਿਰ ਤੀਰਥ ਯਾਤਰਾ ਕਰੇਗਾ, ਹਵਨ ਕਰੇਗਾ, ਉਹ ਕਈ ਕੁਛ ਇਹੋ ਜਿਹੇ ਪਖੰਡ ਜਿਹੜੇ ਹਨ, ਉਹ ਜਿਹੜਾ ਹੈ ਕਦੀ ਅਖੰਡ ਪਾਠ ਰਖਾ ਲਿਆ, ਕਦੀ ਸਹਿਜ ਸੁਖਣਾ ਸੁਖ ਲਈਆਂ, ਕਦੀ ਚਿੜੀਏ ਕੱਟ ਲਏ, ਇਹੋ ਜਿਹਾ ਕਰਮ ਉਹਦੇ ਜੀਵਨ 'ਚ ਆ ਜਾਂਦਾ। ਇਹ ਕਦ ਨਹੀਂ ਕਰਦਾ ਸੁੱਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਿਵਰਤੀ ਲਈ। ਇਹ ਜਿਹੜੇ ਸਾਰੇ ਕਰਮ ਨੇ, ਕਰਮ ਕਾਂਡ ਜਿਹਨੂੰ ਅਸੀਂ ਕਹਿ ਰਹੇ ਹਾਂ ਨਾ, ਇਹ ਕਰਮ ਕਾਂਡ ਜਨਮ ਕਿਸ ਵਾਸਤੇ ਲੈਂਦੇ ਨੇ? ਉਹਦੀ ਸੋਚ ਆ ਮਨ ਦੀ, ਮੈਂ ਸੁੱਖ ਲੈਣੇ, ਸੁੱਖ ਨਾਲ ਸੌਦਾ ਵੀ ਕਰੇਗਾ, ਗੁਰੂ ਨਾਲ ਵੀ ਸੌਦਾ ਕਰਦਾ, ਆਪਣੇ ਮਨ ਵੇਚਣ ਦਾ ਸੌਦਾ ਨਹੀਂ ਕਰਦਾ, ਬਾਹਰ ਦਾ ਸੌਦਾ ਕਰਦਾ ਹੈ, ਪੈਸੇ ਨਾਲ ਖਰੀਦਣਾ ਚਾਹੁੰਦਾ, ਦੌਲਤ ਨਾਲ ਖਰੀਦਣਾ ਚਾਹੁੰਦਾ, ਪਖੰਡ ਕਰਨਾ ਖਰੀਦਣਾ ਚਾਹੁੰਦਾ, ਕਰਮ ਕਾਂਡ ਕਰਕੇ ਖਰੀਦਣਾ ਚਾਹੁੰਦਾ। ਪਰ ਉਹਦੇ ਅੰਦਰ ਹੁੰਦਾ ਕੀ ਹੈ ਵੀ ਜਿਵੇਂ ਜਿਵੇਂ ਫਿਰ ਉਹ ਕਰਮ ਕਾਂਡ ਕਰਦਾ, ਹੌਲੀ ਹੌਲੀ ਫਿਰ ਉਹਦੇ ਅੰਦਰ ਉਹ ਹਉਮੈ ਵੀ ਜਨਮ ਲੈਣੀ ਸ਼ੁਰੂ ਹੋ ਜਾਂਦੀ ਹੈ, ਹੰਕਾਰ ਦਾ ਜਨਮ ਵੀ ਨਾਲ ਨਾਲ ਸ਼ੁਰੂ ਹੋ ਜਾਂਦਾ ਹੈ। ਮੈਂ ਤਾਂ ਹਰ ਹਫ਼ਤੇ ਜਾਂਦਾ, ਮੈਂ ਤਾਂ ਹਰ ਹਫ਼ਤੇ ਫਲਾਣੀ ਜਗ੍ਹਾ ਸੇਵਾ ਕਰਦਾ, ਮੇਰੇ ਵਰਗਾ ਤਾਂ ਕੋਈ ਸੇਵਾਦਾਰ ਹੈ ਹੀ ਨਹੀਂ। ਸਾਰੀ ਉਮਰ ਉਹਦੀ ਜਿਹੜੀ ਸਵਰਗ ਦੀ ਸੁੱਖਾਂ ਦੀ ਗੱਲ ਜਾਂ ਅਗਲੇ ਪਾਸੇ ਦੀ ਗੱਲ, ਬਸ ਉਸੇ ਪਾਸੇ ਸੋਚਦਾ ਰਹਿੰਦਾ ਵੀ ਬਸ ਮੈਨੂੰ ਇੱਥੇ ਵੀ ਸੁੱਖ ਮਿਲ ਜਾਣ ਤੇ ਅੱਗੇ ਸਵਰਗ ਦੇ ਸੁੱਖ ਵੀ ਮਿਲ ਜਾਣ। ਸਵਰਗ ਦਾ ਜਾਂ ਇਹ ਕਹਿ ਲਓ ਸਵਰਗ ਦੀ ਮੁਕਤੀ ਦੇ ਆਪਣਾ ਹੱਕ ਸਮਝ ਲੈਂਦਾ ਬੰਦਾ, ਉਹਦੀ ਸੋਚ ਮੰਡਲ ਦੇ ਮੁਤਾਬਕ। ਜਿਹੜਾ ਇਸ ਤਰ੍ਹਾਂ ਦਾ ਇਨਸਾਨ ਹੁੰਦਾ, ਜਿਹੜਾ ਮਜ਼ਹਬ ਨੂੰ ਸਿਰਫ ਇੰਨੇ ਕੁ ਢੰਗ ਨਾਲ ਵਰਤਦਾ, ਜਿਹਦਾ ਮਜ਼ਹਬ ਸਿਰਫ ਇਹੋ ਹੀ ਹੈ ਕਿ ਮੇਰੇ ਸੁੱਖਾਂ ਨੂੰ ਚਾਹੀਦਾ, ਮੈਨੂੰ ਕਿਸੇ ਦੇ ਦੁੱਖਾਂ ਦਾ ਕੋਈ ਮਤਲਬ ਨਹੀਂ ਹੈ। ਇਹ ਫਿਰ ਇਹੋ ਜਿਹੇ ਦਾਅਵੇ ਕਰ ਕਰਕੇ ਹਉਮੈ ਦੀ ਅੱਗ ਵਿੱਚੋਂ ਸੜਨ ਲੱਗ ਪੈਂਦਾ। ਮਾਇਆ ਦੇ ਵਿੱਚ ਫਸਿਆ ਹੋਣ ਕਰਕੇ ਦੁਨੀਆ ਦੇ ਵਿੱਚ ਜੀਵਾਂ ਤੋਂ ਆਪਣੇ ਭੈਣਾਂ ਭਰਾਵਾਂ ਰਿਸ਼ਤੇਦਾਰ ਸੰਬੰਧੀਆਂ ਤੋਂ ਵੀ ਕਈ ਵਾਰੀ ਨਫ਼ਰਤ ਹੋ ਜਾਂਦੀ ਹੈ। ਜਿਨ੍ਹਾਂ ਤੋਂ ਨਫ਼ਰਤ ਹੋ ਗਈ, ਪਹਿਲੇ ਦੱਸੋ ਉਹਨਾਂ ਦੇ ਸੇਵਾ ਜਾਂ ਉਹਨਾਂ ਦੇ ਭਲੇ ਦੀ ਗੱਲ ਉਹ ਕਿੱਥੋਂ ਸੋਚ ਸਕੇਗਾ? ਤੇ ਨਫ਼ਰਤ ਹੀ ਮਨ 'ਚ ਪੈਦਾ ਹੋ ਗਈ ਤਾਂ ਇਹ ਉਦਮ ਫਿਰ ਸੇਵਾ ਦਾ ਉਦਮ ਕਿੱਥੋਂ ਆਏਗਾ? ਉਧਰ ਚਾਅ ਕਿੱਥੋਂ ਆਏਗਾ? ਕਿਉਂਕਿ ਗੁਰੂ ਸਾਹਿਬ ਕਹਿੰਦੇ ਹੈ, ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਠਾਏ, ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਾ ਗੁਰਹੰਸ ਰਾਗ ਦਾ ਬਚਨ ਹੈ ਕਿ ਸੇਵਾ ਇਸ ਤਰ੍ਹਾਂ ਹੋ ਨਹੀਂ ਸਕਦੀ। ਜਦੋਂ ਪਿਛਲੇ ਸਮੇਂ ਨੂੰ ਅਸੀਂ ਦੇਖਦੇ ਹਾਂ ਜਾਂ ਵੈਦਿਕ ਸਮੇਂ ਦੀ ਗੱਲ ਕਰ ਲਈਏ ਤਾਂ ਇਹ ਉਦਮ ਚੱਲਦਾ ਹੀ ਰਿਹਾ। ਉਹਨਾਂ ਸਮਾਂ ਥਾਂ ਥਾਂ ਦੇਵੀ ਦੇਵਤਿਆਂ ਦੀ ਪੂਜਾ ਪ੍ਰਚਲਿਤ ਹੋ ਗਈ। ਇਹ ਕਿਉਂ ਹੋ ਗਈ? ਕਿਉਂਕਿ ਇਨਸਾਨ ਦੀ ਸੋਚ, ਆਪਣੇ ਮਨ ਦਾ ਝੁਕਾਅ ਜਿਹੜਾ ਸੀ ਆਪਣੇ ਸੁੱਖ ਤੱਕ ਸੀ, ਸਮੇਂ ਨੇ ਪਲਟਾ ਖਾ ਲਿਆ, ਬਦਲ ਗਿਆ। ਮਾਇਆ ਦੇ ਸੁੱਖ ਮਨੁੱਖ ਨੂੰ ਕੋੜੇ ਲੱਗਣ ਲੱਗ ਪਏ। ਹੋਰ ਵੱਧਾ ਕੁਛ ਹੋਇਆ ਇਹਦੇ ਵਿੱਚ, ਇਹਦੀ ਸੋਚ ਵਿੱਚ। ਸੰਸਾਰ ਜਿਹੜਾ ਸੀ ਉਹਨੂੰ ਦੁੱਖ ਦਿਸਣ ਲੱਗ ਪਿਆ ਵੀ ਦੁੱਖ ਦਾ ਰੂਪ ਹੈ ਸੰਸਾਰ, ਤਾਂ ਇਹ ਦੁੱਖਾਂ ਦਾ ਘਰ ਹੈ ਸੰਸਾਰ, ਇਹਦੇ ਤੋਂ ਦੋ। ਫਿਰ ਤਾਂ ਕਹਿੰਦੇ ਨੇ ਜਦੋਂ ਇਹ ਵਿਚਾਰ ਬਣ ਗਿਆ, ਫਿਰ ਤਾਂ ਆਪੋ ਆਪਣੀ ਦੌੜ ਲੱਗ ਗਈ ਵੀ ਗ੍ਰਸਥ ਚ ਲੈਣਾ ਕੀ ਹੈ। ਗ੍ਰਸਥ ਤੋਂ ਨੱਠਣ ਲੱਗ ਪਏ। ਗ੍ਰਸਥ ਨੂੰ ਇੱਕ ਹਊਆ ਬਣਾ ਕੇ ਪੇਸ਼ ਕਰ ਦਿੱਤਾ। ਕੋਈ ਇਕਾਂਤ ਵਿੱਚ ਜਾ ਬੈਠਾ, ਕੋਈ ਜੰਗਲਾਂ 'ਚ ਜਾ ਬੈਠਾ। ਦੁਖੀਆਂ ਦੀ ਸੇਵਾ ਸੰਭਾਲ ਦਾ ਚਾਅ ਮਨ 'ਚ ਖਤਮ ਹੋ ਗਿਆ, ਪੈਦਾ ਹੀ ਨਹੀਂ ਹੋਇਆ। ਉਹਨੇ ਵੈਦਿਕ ਸਮੇਂ ਵੀ ਤਾਂ ਹਾਲੇ ਫਿਰ ਵੀ ਬਿਰਲੇ ਕੋਈ ਖੋਜੀ ਜੰਗਲਾਂ ਨੂੰ ਜਾਂਦੇ ਸੀ, ਪਰ ਜਦੋਂ ਮਹਾਤਮਾ ਬੁੱਧ ਦਾ ਸਮਾਂ ਆ ਗਿਆ ਤਾਂ ਉਹਨਾਂ ਦੇ ਡੰਕੇ ਦੀ ਚੋਟ ਵਜਾ ਕੇ ਗੱਲ ਕਰ ਦਿੱਤੀ ਕਿ ਸੰਸਾਰ ਨਿਰਾ ਦੁੱਖਾਂ ਦਾ ਘਰ ਹੈ। ਇਹ ਸੁਣਦਿਆਂ ਹੀ ਮਨੁੱਖ ਅੱਬੜ ਵਾਹੀ ਕਹਿ ਲਓ, ਅਚਨਚੇਤ ਉੱਠ ਕੇ ਕਹਿੰਦਾ ਸੰਸਾਰ ਛੱਡ ਦਿਓ, ਜੰਗਲਾਂ ਨੂੰ ਚਲੇ ਜਾਓ, ਘਰ-ਬਾਰ ਤਿਆਗ ਦਿਓ। ਉਹਨਾਂ ਮਾਤੀ ਕਹਿੰਦਾ ਜੇ ਸੰਸਾਰ ਦੇ ਦੁੱਖਾਂ ਦਾ ਹੀ ਘਰ ਹੈ, ਮਜ਼ਹਬ ਦੀ ਉਹਨਾਂ ਦੇ ਮਜ਼ਹਬ ਨੇ ਇਹ ਗੱਲ ਸੁਣਾਈ। ਉਸ ਸਮੇਂ ਦੇ ਸਦਾਚਾਰ ਨੂੰ ਵੀ ਜਰਾ ਦੇਖੀਏ ਆਪਾਂ। ਉਸ ਵੇਲੇ ਦਾ ਜਦੋਂ ਇਹ ਹਾਲਾਤ ਮਜ਼ਹਬ ਦੀ ਹੋ ਜਾਂਦੀ ਹੈ, ਉਸ ਵੇਲੇ ਕਿਹੋ ਜਿਹਾ ਪ੍ਰੋਗਰਾਮ ਬਣਦਾ ਹੈ। ਸਭ ਤੋਂ ਉੱਚਾ ਮਨੁੱਖ ਉਹਨੂੰ ਗਿਣਿਆ ਜਾਂਦਾ ਸੀ ਜਿਹੜਾ ਸੰਸਾਰ ਨਾਲੋਂ ਨਹੀਂ, ਗ੍ਰਸਥ ਨਾਲੋਂ ਟੁੱਟ ਜਾਏ। ਸੰਸਾਰ ਨਾਲੋਂ ਨਹੀਂ ਟੁੱਟਦਾ, ਗ੍ਰਸਥ ਨਾਲੋਂ ਟੁੱਟਦਾ ਸੀ। ਸਭ ਤੋਂ ਉੱਚਾ ਉਹਨੂੰ ਮੰਨਿਆ ਜਾਂਦਾ ਸੀ। ਕਿਉਂਕਿ ਮੈਂ ਸੰਸਾਰ ਲਫ਼ਜ਼ ਇਸ ਕਰਕੇ ਵਰਤਿਆ ਕਿ ਜੰਗਲ ਵੀ ਤਾਂ ਸੰਸਾਰ 'ਚ ਹੀ ਆਉਂਦਾ। ਜੇ ਜੰਗਲ 'ਚ ਬੈਠ ਗਿਆ ਤਾਂ ਵੀ ਤਾਂ ਸੰਸਾਰ ਦਾ ਹਿੱਸਾ ਸੀ। ਇਸ ਕਰਕੇ ਮੈਂ ਗ੍ਰਸਥ ਲਫ਼ਜ਼ ਵਰਤ ਰਿਹਾ ਹਾਂ
ਕਿ ਗ੍ਰਸਤ ਨੂੰ ਟੁੱਟਣ ਦਾ ਹੀ ਸਭ ਤੋਂ ਕਹਿੰਦਾ ਬਸ ਇਹ ਸਭ ਤੋਂ ਬੜਾ ਧਰਮੀ ਹੈ। ਇਸ ਤਰ੍ਹਾਂ ਸਬੰਧ ਤੋੜ ਕੇ ਆਪਣੇ ਅੰਦਰ ਜਾ ਕਹਿ ਲਈਏ ਸ਼ਕਤੀ ਨੂੰ ਸੰਭਾਲਣ ਲਈ ਜੰਗਲਾਂ ਵਿੱਚ ਜਾ ਕੇ ਇਕਾਂਕੀ ਜਾਂ ਇਕਾਂਤੀ ਬਣ ਜਾਣਾ, ਉਹਨਾਂ ਦਾ ਮਜ਼ਹਬ ਜਿਹੜਾ ਇੱਥੇ ਆ ਕੇ ਖੜਾ ਹੋ ਗਿਆ। ਹੋਇਆ ਕੀ, ਇਹਦਾ ਰਿਜ਼ਲਟ ਕੀ ਹੋਇਆ? ਸਮਾਂ ਜਦੋਂ ਬੀਤਦਾ ਜਾਂਦਾ ਹੈ, ਖੁਦਗਰਜੀ ਦੀਆਂ ਕੰਧਾਂ ਜਿਹੜੀਆਂ ਹਨ ਹਨੇਰ ਮਨੁੱਖ ਤੇ ਫਿਰ ਆਲੇ ਦੁਆਲੇ ਆ ਕੇ ਖੜੀਆਂ ਹੋ ਜਾਂਦੀਆਂ। ਜਦੋਂ ਇਹੋ ਜਿਹੇ ਹਾਲਾਤ ਹੁੰਦੇ ਨੇ ਫਿਰ ਖੁਦਗਰਜੀ ਦੀਆਂ ਕੰਧਾਂ ਆ ਕੇ ਖੜੀਆਂ ਹੋ ਜਾਂਦੀਆਂ। ਜਿਹੜੀਆਂ ਬਣੀਆਂ ਹੋਈਆਂ ਕੰਧਾਂ ਸਨ, ਜੇ ਸਮਾਂ ਬਦਲਿਆ ਕੁਛ ਢਿੱਲੀਆਂ ਹੋਈਆਂ, ਕੰਧਾਂ ਵਿੱਚ ਕੁਝ ਥੋੜੀ ਜਿਹੀਆਂ ਤਰੇੜਾਂ ਪਈਆਂ, ਬਿਰਲਾਈ, ਝਾਤੀਆਂ ਮਾਰੀਆਂ। ਬਸ ਇਹ ਕਹਿ ਲਈਏ ਕਿ ਹੁਣ ਆਪਣੇ ਸੁੱਖ ਦੁੱਖ ਵਾਲੀ ਗੱਲ ਜਿਹੜੀ ਸੀ ਥੋੜੀ ਜਿਹੀ ਚੇਂਜ ਹੋਈ, ਅੰਦਰਲੀ ਤਬਦੀਲੀ ਆਈ। ਅੰਦਰਲੇ ਦੇ ਰੁੱਖ ਤੇ ਨੇ ਇਹ ਚਾਨਣਾ ਪਾ ਦਿੱਤਾ ਕਿ ਸੰਸਾਰ ਨਾਲ ਸਮਾਜਿਕ ਸੰਬੰਧ ਬਹੁਤ ਹੀ ਵਧੀਆ ਤੇ ਸਵਾਦੀ ਹਨ। ਫਿਰ ਇਹ ਸੋਚ ਜਿਹੜੀ ਸੀ ਪੈਦਾ ਹੋ, ਇਹ ਅੰਦਰਲੇ ਵੱਲ ਮਨ ਦੀ ਸੋਚ ਹੈ। ਮੈਂ ਬੇਨਤੀ ਕਰ ਰਿਹਾ ਕਿ ਸੰਬੰਧ ਬੜਾ ਹੈ ਮਨ ਦਾ ਧਰਮ ਦੇ ਮਜ਼ਹਬ ਦੇ ਨਾਲ, ਵੀ ਕਿਸ ਤਰੀਕੇ ਦਾ ਮਨ ਜਿਹੜਾ ਉਹਨੂੰ ਅਪਣਾਉਂਦਾ ਹੈ। ਇਹ ਸੋਚ ਜਿਹੜੀ ਹੈ ਫਿਰ ਬਦਲ ਗਈ, ਚੇਂਜ ਹੋ ਗਈ। ਹੁਣ ਤਾਂ ਸੰਸਾਰ ਪਹਿਲਾਂ ਨਾਲੋਂ ਚੰਗਾ ਲੱਗਣ ਲੱਗ ਪਿਆ। ਉਹ ਜਿਹੜਾ ਡਰ ਸੀ ਅੰਦਰ ਵੀ ਸੰਸਾਰ 'ਚ ਰਹਿ ਕੇ ਰੱਬ ਨਹੀਂ ਮਿਲਣਾ, ਜਾਂ ਉਹ ਦੂਰ ਹੁੰਦਾ ਚਲਾ ਗਿਆ। ਗੁਆਂਢੀ ਗੁਆਂਢੀ ਇਕੱਠੇ ਬਹਿਣ ਲੱਗ ਪਏ, ਰਲ ਮਿਲ ਕੇ ਆਪਣੇ ਰਚਨਹਾਰ ਦੀ ਹਾਜ਼ਰੀ ਵਿੱਚ ਜੁੜ ਵੀ ਬੈਠਦੇ, ਜਿਹਨੂੰ ਸੰਗਤ ਅਸੀਂ ਕਹਿ ਦਿੰਦੇ ਹਾਂ, ਉਹ ਵੀ ਬੈਠਦੇ ਹਨ। ਪਰ ਹਉਮੈ ਦਾ ਅਜੇ ਵੀ ਅੰਦਰੋਂ ਉਹ ਬੀਜ ਜਿਹੜਾ ਕੱਢਾ ਨਹੀਂ ਨਿਕਲਿਆ। ਕਰਤਾਰ ਦੀ, ਵਾਹਿਗੁਰੂ ਦੀ ਹਾਜ਼ਰੀ ਵੀ ਤਾਂ ਬੰਦੇ ਬੈਠਦੇ ਹਨ, ਪਰ ਕਰਤਾਰ ਨੂੰ ਸਾਰੀ ਕੁਦਰਤ ਦਾ ਕਰਤਾ ਨਹੀਂ ਸਮਝਦੇ। ਜਿਹੜੀ ਗੱਲ ਇਹ ਵੱਡੀ ਸੀ, ਜਿਹੜੀ ਇਹੋ ਜਿਹੇ ਧਰਮ ਦਾ ਇੱਕ ਮਜ਼ਹਬ ਦਾ ਇੱਕ ਹਿੱਸਾ ਇਹ ਵੀ ਹੈ, ਜਿਹੜੇ ਕੁਦਰਤ ਦਾ ਕਰਤਾ ਨਹੀਂ ਸਮਝਦੇ। ਜੋ ਸਮਝਦੇ ਹਨ, ਜੇ ਸਮਝਦੇ ਹਨ ਤਾਂ ਇਹ ਨਿਸ਼ਚਾ ਉਹਨਾਂ ਦੇ ਅੰਦਰ ਹੁੰਦਾ ਹੀ ਹੈ ਕਿ ਇਹ ਬਸ ਥੋੜੇ ਜਿਹੇ ਥਾਂ ਤੇ ਕਿਤੇ ਰੱਬ ਹੋਏਗਾ, ਬਾਕੀ ਹੈ। ਅੰਦਰਲਾ ਰੁੱਖ ਥੋੜਾ ਬਦਲਿਆ ਪਰ ਰੰਗ ਨਹੀਂ ਬਦਲਿਆ। ਆਪਾਂ ਤਿਆਗ ਕੇ ਜੇ ਕਿਸੇ ਆਪਣੇ ਨੇੜੇ ਦੇ ਨਾਲ ਪਿਆਰ ਕੀਤਾ ਤਾਂ ਹੋਰ ਦੂਜਿਆਂ ਦੇ ਨਾਲ ਵਿਰੋਧਤਾ ਸ਼ੁਰੂ ਹੋ ਗਈ। ਜੇ ਇੱਕ ਮਜ਼ਹਬ ਨਾਲ ਪਿਆਰ ਕੀਤਾ ਤੇ ਦੂਜੇ ਮਜ਼ਹਬਾਂ ਨੂੰ ਜੜ੍ਹੋਂ ਉਖਾੜਨ ਦੀਆਂ ਨੂੰ ਧਰਮ ਸਮਝ ਲਿਆ, ਤੇ ਧਰਮ ਦੇ ਵਿੱਚੋਂ ਇਹ ਕੁਝ ਚੀਜ਼ਾਂ ਪੈਦਾ ਹੋ ਗਈਆਂ। ਜੇ ਦੇਸ਼ ਭਗਤੀ ਨੇ ਹੁਲਾਰਾ ਦਿੱਤਾ ਤਾਂ ਹੋਰ ਦੇਸ਼ਾਂ ਨੂੰ ਨੀਵਾਂ ਦਿਖਾਉਣ ਦੀਆਂ ਚਾਲਾਂ ਮਨੁੱਖ ਚੱਲਣ ਲੱਗ ਪਿਆ। ਇਤਿਹਾਸ ਦੇ ਤੁਸੀਂ ਪੰਨਿਆਂ ਨੂੰ ਫੋਲ ਕੇ ਦੇਖ ਲਈਏ, ਆਪਾਂ ਇਤਿਹਾਸ ਪੰਜਾਬ ਦੀ ਧਰਤੀ ਵਾਲੀ ਦੇਖ ਲਈਏ, ਇਹ ਜੇ ਸਾਰੀ ਧਰਤੀ ਪੰਜਾਬ ਦੀ ਖੂਨ ਦਾ ਰੰਗੀ ਹੋਈ ਮਿਲਦੀ ਹੈ, ਇਹ ਹੈ ਸਮਾਜਿਕ ਸੰਬੰਧ ਦਾ ਸਿੱਟਾ। ਜਿਨ੍ਹਾਂ ਨੂੰ ਰੱਬ ਨੇ ਤਾਕਤ ਦਿੱਤੀ, ਬਲ ਦਿੱਤਾ, ਰਾਜ ਦਿੱਤਾ, ਉਹਨਾਂ ਨੇ ਦੁਨੀਆ ਵਿੱਚ ਦੂਜਿਆਂ ਦੇ ਮਤ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ। ਜਿਹਨਾਂ ਨੂੰ ਰੱਬ ਨੇ ਇਹ ਤਾਕਤ ਦਿੱਤੀ, ਰਾਜ ਦਿੱਤਾ, ਉਹਨਾਂ ਨੇ ਰਾਜ ਦੇ ਬਲ ਨਾਲ, ਰਾਜ ਦੇ ਜ਼ੋਰ ਨਾਲ ਖਤਮ ਕਰਨ ਦਾ ਜਿਹੜਾ ਕੰਮ ਸੀ ਉਹ ਸ਼ੁਰੂ ਕਰ ਦਿੱਤਾ। ਪਰ ਇਹ ਨਹੀਂ ਵਿਚਾਰਿਆ ਕਿ ਸਿਰਜਣਹਾਰ ਨੇ ਇਹ ਜਿਹੜੀ ਤੇਰੀ ਸੋਚਣੀ ਹੈ, ਸਿਰਜਣਹਾਰ ਦੇ ਘਰ ਵਿੱਚ ਬੜੀ ਮਹਿੰਗੀ ਸਾਬਤ ਹੋਏਗੀ। ਉੱਥੇ ਜਾ ਕੇ ਸਿਰਜਣਹਾਰੇ ਦੇ ਦਰ ਦੇ ਉੱਤੇ ਕਬੂਲ ਨਹੀਂ, ਇਹ ਸੋਚਣੀ ਕਬੂਲ ਨਹੀਂ ਹੋਣੀ। ਕਿਉਂ? ਜੇ ਅਸੀਂ ਇਤਿਹਾਸ ਨੂੰ ਦੇਖਦੇ ਹਾਂ, ਸਾਨੂੰ ਸੋਚ ਵਿੱਚ ਇਤਿਹਾਸ ਨੂੰ ਆਪਾਂ ਦੇਖਦੇ, ਔਰੰਗਜ਼ੇਬ ਇੱਕ ਬੜਾ ਪਰਹੇਜ਼ਗਾਰ ਸੀ। ਪਿਤਾ ਨੂੰ ਕੈਦ ਵਿੱਚ ਰੱਖ ਕੇ ਕਸ਼ਟਾਂ ਦੇ ਕੇ ਉਹਨੂੰ ਮਾਰ ਦਿੱਤਾ, ਭਰਾਵਾਂ ਨੂੰ ਧੋਖੇ ਨਾਲ ਕਤਲ ਕਰਾ ਕੇ ਬੜਾ ਉਹਨੇ ਰਾਜ ਭਾਗ ਕੀਤਾ। ਕਿਉਂ ਕੀਤਾ? ਕਿਉਂਕਿ ਅੰਦਰਲੇ ਨੇ ਇਹੋ ਸਿਰਫ ਮੈਂ ਆਪਣੇ ਸੁੱਖ ਦੀ ਗੱਲ ਤੱਕ ਹੀ ਸੀਮਤ ਤੱਕ ਸੀ, ਦੁਨੀਆ ਦੇ ਸੁੱਖ ਦੀ ਗੱਲ ਉਹਨੂੰ ਚੰਗੀ ਨਹੀਂ ਸੀ ਲੱਗਦੀ। ਫਿਰ ਦੂਜਿਆਂ ਦੇ ਜਨੇਊ ਕਿਉਂ ਲਾਉਂਦਾ ਸੀ? ਇਸੇ ਵਾਸਤੇ ਵੀ ਇੱਕ ਇਸਲਾਮ ਦਾ ਬੋਲਬਾਲਾ ਹੀ ਹੋਣਾ ਚਾਹੀਦਾ। ਮਜ਼ਹਬ ਦੇ ਨਾਂ ਦੇ ਉੱਤੇ ਉਹਨੇ ਧਰਮ ਦੀ ਥਾਂ ਤੇ ਅਧਰਮ ਕਮਾਉਣਾ ਸ਼ੁਰੂ ਕਰ ਦਿੱਤਾ। ਇਹ ਮਜ਼ਹਬੀ ਕੱਟੜਤਾ ਦੇ ਵਿੱਚ, ਜਨੂਨ ਪੰਥੀ ਦੇ ਵਿੱਚੋਂ, ਕੱਟੜਤਾ ਲਫ਼ਜ਼ ਨਹੀਂ ਹੈ, ਜਨੂਨ ਪੰਥੀ ਹੈ ਜਿਹਦੇ ਵਿੱਚੋਂ ਇਹ ਨਿਕਲਦਾ ਹੀ। ਦੂਰ ਕਿਉਂ ਜਾਂਦੇ ਆਪਾਂ? ਇਸ ਅੰਦਰਲੇ ਸਮਾਜਿਕ ਰੁੱਖ ਨੇ ਨੇੜੇ ਜੇ ਆਪਾਂ ਪਿਛਲੇ ਸਦੀ ਵਿੱਚ ਹੀ ਦੇਖ ਲਈਏ
ਤੇ ਕਿੰਨੇ ਕੁ ਰੰਗ ਦਿਖਾਏ ਨੇ। ਦੇਸ਼ ਭਗਤੀ ਦੇ ਭੇਸ ਵਿੱਚ ਦੁਨੀਆ ਦੇ ਆਹੂ ਲਾ ਦਿੱਤੇ। 1914 ਤੋਂ ਅਸੀਂ ਵਰਲਡ ਵਾਰ ਦੀ ਗੱਲ ਕਰਦੇ ਹਾਂ, ਦੇਸ਼ ਭਗਤੀ ਦੇ ਨਾਂ ਤੋਂ ਹੀ ਲੜੀਆਂ ਗਈਆਂ। ਕਿੰਨੀ ਦੁਨੀਆ ਲੜੀ। ਸੋਚ ਸਿਰਫ ਅੰਦਰਲੀ ਸੋਚ ਦੀ ਗੱਲ ਕਰ। ਪਰ ਮੇਰੇ ਸਤਿਗੁਰੂ, ਵਾਹ ਤੂੰ ਕਮਾਲ ਹੈ। हे ਵਾਹਿਗੁਰੂ, ਤੂੰ ਕਮਾਲ ਦਾ ਹੈ। ਨਿਰੰਕਾਰ ਤੂੰ ਕਮਾਲ ਦਾ ਹੈ। ਤੂੰ ਸ੍ਰਿਸ਼ਟੀ ਦੀ ਪੁਕਾਰ ਸੁਣ ਲਈ। ਭਾਈ ਗੁਰਦਾਸ ਜੀ ਕਹਿੰਦੇ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਚਰਨ ਧੋਏ ਰਹਿ ਰਾਸ ਕਰ ਚਰਨਾਮ੍ਰਿਤ ਸਿੱਖਾਂ ਪਿਲਾਇਆ। ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ। ਪਰ ਪਹਿਲੀ ਵਾਰ ਦੇ ਵਿੱਚ 23ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਇਹ ਗੱਲ ਲਿਖਦੇ ਨੇ। ਜਾਤ ਦੇ, ਕੁਲ ਦੇ, ਰਾਜ ਸ਼ਕਤੀ ਦੇ ਅਪਮਾਨ ਵਿੱਚ, ਹੰਕਾਰ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਲਈ ਇਸ ਮੇਰੇ ਸਤਿਗੁਰੂ ਨੇ ਆਪਣਾ ਸਾਥੀ ਕਿਹਨੂੰ ਚੁਣਿਆ? ਜਿਸ ਦੀ ਜਾਤ ਨੂੰ ਲੋਕੀ ਘਿਰਨਾ ਕਰਦੇ ਸੀ। ਲੋਕੀ ਮਰਾਸੀ ਕਹਿ ਕੇ ਭੰਡਦੇ ਸਨ। ਜਿਸ ਨੂੰ ਮਰਾਸੀ ਕਹਿ ਕੇ ਭੰਡਦੇ ਸਨ। ਭਾਵ ਨੀਵੀਂ ਜਾਤ ਦਾ ਕਹਿੰਦੇ ਸੀ। ਤੇ ਗੁਰੂ ਨਾਨਕ ਨੇ ਉਹਨੂੰ ਭਾਈ ਕਿਹਾ, ਇਹ ਮੇਰਾ ਭਾਈ ਹੈ। ਜਦੋਂ ਕੋਈ ਪੁੱਛਦਾ ਨਾ ਕੌਣ ਹੈ, ਗੁਰੂ ਨਾਨਕ ਪਾਤਸ਼ਾਹ ਜਵਾਬ ਦਿੰਦੇ, ਇਹ ਮੇਰਾ ਭਾਈ ਹੈ। ਸਤਿਗੁਰੂ ਨੇ ਭਾਈ ਲਫ਼ਜ਼ ਭਰਾ ਲਈ ਇਸਤੇਮਾਲ ਕੀਤਾ, ਪਰ ਸਾਨੂੰ ਗੁਰੂ ਸਾਹਿਬ ਨੇ ਭਾਈ ਲਫ਼ਜ਼ ਦਿੱਤਾ ਸੀ। ਪਰ ਅਸੀਂ ਭਾਈ ਦੀ ਡਿਗਰੀਆਂ ਨੂੰ ਛੱਡ ਕੇ, ਭਾਈ ਨੂੰ ਛੱਡ ਕੇ ਹੋਰ ਬੜਾ ਕੁਛ ਲਾ ਲਿਆ ਆਪਣੇ ਨਾਲ। ਜਥੇਦਾਰ ਬਣ ਗਏ, ਚੌਧਰੀ ਬਣ ਗਏ, ਕਈ ਕੁਛ ਬਣ ਗਏ। ਭਾਈ ਲਫ਼ਜ਼ ਹੀ ਅਸੀਂ ਵਿਸਾਰ ਦਿੱਤਾ। ਇੱਕ ਗੁਰੂ ਦਾ ਭਾਈ ਬਣਨਾ ਸਾਨੂੰ ਸ਼ਾਇਦ ਪਰਿਵਾਰ ਨਾ ਹੋਇਆ, ਸਗੋਂ ਜੋ ਜਥੇਦਾਰ ਦੀ ਚੌਧਰ ਸਾਨੂੰ ਜ਼ਿਆਦਾ ਵਧੀਆ ਲੱਗੀ। ਅੱਜ ਭਾਈ ਬਣਨਾ ਸਾਨੂੰ ਚੰਗਾ ਨਹੀਂ ਲੱਗਦਾ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਜਦੋਂ ਲੋਕਾਂ ਨੇ ਇਹ ਗੱਲ ਕਹੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ ਵੱਡਿਆ ਸਿੰਘ ਕੈ ਰੀਸ, ਜਿੱਥੇ ਨੀਚ ਸਮਾਲੀਅਤ ਤਿੱਥੇ ਨਦਰ ਤੇਰੀ ਬਖਸ਼ੀਸ਼ ਦੀ ਗੱਲ ਦੁਨੀਆ ਦੇ ਸਾਹਮਣੇ ਪਹੁੰਚਾ ਦਿੱਤੀ। ਬਾਬਾ ਜੀ ਨੇ, ਗੁਰੂ ਨਾਨਕ ਪਾਤਸ਼ਾਹ ਨੇ ਪਹਿਲਾ ਜਿਹੜਾ ਰੁੱਖ ਵਾਲਾ ਸੀ, ਜੋ ਮੈਂ ਜਦ ਪਿੱਛੇ ਜ਼ਿਕਰ ਕੀਤਾ, ਉਹਨਾਂ ਦੀ ਕਸਵੱਟੀ ਨੂੰ ਪਰਖਿਆ, ਵੇਖਿਆ ਕਿ ਨਿਰੀ ਨਫ਼ਰਤ, ਨਿਰੀ ਅੱਗ ਇਹਨਾਂ ਦੇ ਅੰਦਰ। ਵਿਰਾਗ ਤਾਂ ਹੈ, ਪਰ ਨਫ਼ਰਤ ਵਿੱਚ ਭਿੱਜਿਆ ਹੋਇਆ ਵਿਰਾਗ ਹੈ। ਉਸ ਵਿਰਾਗ ਦੀ ਕੀ ਵੈਲਿਊ ਜਿਹਦੇ ਅੰਦਰ ਨਫ਼ਰਤ ਹੈ? ਉਹਦੀ ਕੀਮਤ ਕੀ ਹੈ ਉਸ ਵਿਰਾਗ ਦੀ? ਕੀ ਇਹ ਵਿਰਾਗ ਤੁਹਾਨੂੰ ਰੱਬ ਦੇ ਨੇੜੇ ਲੈ ਜਾਏਗਾ? ਕਦੀ ਵੀ ਨਹੀਂ, ਕਦਾਚਿਤ ਹੀ ਨਹੀਂ। ਸੰਸਾਰ ਜਿਹੜਾ ਨਫ਼ਰਤ ਸੀ, ਉਹ ਸੰਸਾਰ ਨੂੰ, ਜਿਨ੍ਹਾਂ ਨੇ ਕਿਹਾ ਵੀ ਇਹ ਦੁੱਖਾਂ ਦਾ ਘਰ ਹੈ, ਤੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਤੋਂ ਫਿਰ ਗੁਰੂ ਜੋਤ ਨੇ ਇਹ ਗੱਲ ਕਹਿ ਦਿੱਤੀ, ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਆ ਕੇ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹ ਗੱਲ ਬੜੀ ਕਮਾਲ ਦੀ ਸੀ। ਗੁਰੂ ਸਾਹਿਬ ਜੀ ਨੇ ਫਿਰ ਇੱਕ ਨਵਾਂ ਮਾਰਗ, ਜਿਹਨੂੰ ਅਸੀਂ ਕਹਿੰਦੇ ਨੇ ਧਰਮ ਦੀ ਦੁਨੀਆ, ਮਜ਼ਹਬ ਦੀ ਦੁਨੀਆ ਚ, ਉਹ ਮਾਰਗ ਸੀ ਗ੍ਰਸਤ ਮਾਰਗ, ਉਹ ਚਲਾਇਆ। ਦੂਜਿਆਂ ਵੱਲ ਦੇਖਿਆ ਗੁਰੂ ਸਾਹਿਬ ਜੀ ਨੇ, ਜਿਹੜੀ ਦੂਜੀ ਕਸਵੱਟੀ ਦੀ ਆਪਾਂ ਗੱਲ ਕੀਤੀ ਹੈ, ਉੱਥੇ ਵੀ ਨਫ਼ਰਤ ਹੀ ਨਫ਼ਰਤ। ਤੇ ਬਾਬੇ ਨੇ ਉਹਨਾਂ ਦੀ ਗੱਲ ਨੂੰ ਇਸ ਤਰ੍ਹਾਂ ਬਿਆਨ ਕਰ ਦਿੱਤਾ, ਕੱਲ ਕਾਤੀ ਰਾਜੇ ਕਸਾਈ, ਧਰਮ ਭੰਗ ਕਰ ਉਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦਿਸੇ ਨਾਹੀ, ਕਹਿ ਚੜਿਆ ਉਹ ਭਾਗ ਵੀ ਕੁੰਨੀ ਹੋਈ, ਅੰਧੇਰੇ ਰਾਹ ਨਾ ਕੋਈ। ਮੈਂ ਤਾਂ ਹੈਰਾਨ ਹੋ ਗਿਆ, ਕੱਲ ਕਾਤੀ ਰਾਜੇ ਕਸਾਈ, ਇਹ ਹਾਲਤ ਹੋ ਗਈ ਹੈ। ਇਹ ਵੀ ਧਰਮ ਦੇ ਨਾਂ ਤੇ ਕੀਤਾ ਜਾ ਰਿਹਾ ਸੀ, ਇਹ ਮਜ਼ਹਬ ਦੇ ਨਾਂ ਤੇ ਕੀਤਾ ਜਾ ਰਿਹਾ ਸੀ। ਰਾਜੇ ਕਸਾਈ ਮਜ਼ਹਬ ਦੇ ਨਾਂ ਤੇ ਬਣੇ ਹੋਏ ਸਨ। ਧਰਮ ਪੰਖ ਕਰਕੇ ਉੱਡਰ ਗਿਆ ਸੀ। ਜਿਹੜਾ ਧਰਮ ਕਹਿੰਦੇ ਸੀ, ਮਜ਼ਹਬ ਕਹਿੰਦੇ ਸੀ, ਮਜ਼ਹਬ ਹੈ ਨਹੀਂ ਸੀ, ਮਜ਼ਹਬਹੀਨ, ਮਜ਼ਹਬ ਵੀ ਹੋਣਾ ਉਹਨਾਂ ਦਾ ਸਾਰਾ ਸੋਚ ਸੀ। ਤੇ ਹੁਣ ਗੁਰੂ ਨਾਨਕ ਪਾਤਸ਼ਾਹ ਇਸੇ ਸੋਚ ਨੂੰ ਲੈ ਕੇ ਦੁਨੀਆ ਤੱਕ ਪ੍ਰਚਾਰਨ ਲਈ ਮੱਕੇ ਤੱਕ ਜਾ ਪਹੁੰਚੇ। ਹਾਜੀ ਇਕੱਠੇ ਹੋ ਕੇ ਪੁੱਛਣ ਲੱਗੇ, ਤੇਰਾ ਮਜ਼ਹਬ ਕਿਹੜਾ ਸੱਚਾ ਹੈ? ਤਾਂ ਗੁਰੂ ਨਾਨਕ ਪਾਤਸ਼ਾਹ ਦਾ ਜਵਾਬ ਕਿੰਨਾ ਖੂਬਸੂਰਤ ਸੀ। ਬਾਬਾ ਆਖੇ ਹਾਜੀਆਂ, ਸ਼ੁਭ ਅਮਲਾਂ ਬਾਝੋਂ ਦੋਨੋਂ ਰੋਈ, ਹਿੰਦੂ ਮੁਸਲਮਾਨ ਦੋਏ ਦਰਗਾਹ ਅੰਦਰ ਲਹਿ ਨ ਢੋਈ, ਕੱਚਾ ਰੰਗ ਸੁੰਭਦਾ ਪਾਣੀ ਧੋਤੇ ਥਿਰ ਨਰ ਹੋਈ, ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਕੁਥਾਏ ਖਲੋਈ, ਰਾਹ ਸ਼ੈਤਾਨੀ ਦੁਨੀਆ ਗੋਈ। ਇਹ ਵੀ ਪਹਿਲੀ ਵਾਰ ਦੇ ਵਿੱਚ ਹੀ 33ਵੀਂ ਪੌੜੀ ਹੈ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੇ ਵਿੱਚੋਂ।
ਉਹਨਾਂ ਨੇ ਇਹ ਗੱਲ ਕੀਤੀ। ਗੁਰੂ ਪਾਤਸ਼ਾਹ ਸਿੱਧੀ ਗੱਲ ਕੀਤੀ, ਸ਼ੁਭ ਅਮਲਾ ਵਾਜੋ ਦੋਨੇ ਰੇ। ਮਜ਼ਹਬ ਇਹ ਨਹੀਂ ਹੈ, ਮਜ਼ਹਬ ਹੋਰ ਚੀਜ਼ ਹੈ। ਹੁਣ ਤੀਜੀ ਸੀ ਸਤਿਗੁਰ ਪਿਆਰੇ ਦੀ ਸਦਾਚਾਰ ਵਾਲੀ ਜਿਹੜੀ ਕਸਵੱਟੀ ਸੀ, ਉਹ ਵੀ ਆਪਾਂ ਦੇਖ ਲਈਏ ਵੀ ਸਦਾਚਾਰ। ਹੁਣ ਸਦਾਚਾਰ ਬਣਨਾ ਕਿਵੇਂ ਸੀ, ਉਹ ਕਸਵੱਟੀ ਤੇ ਕਿਵੇਂ ਪੂਰਿਆ ਉਤਰ ਜਾ ਸਕਦਾ ਸੀ, ਉਹ ਕਿਰਦਾਰ, ਉਹ ਵਿਚਾਰ, ਉਹ ਵਿਹਾਰ ਕਿਵੇਂ ਬਣਦਾ। ਸੁਖਮਨੀ ਪੜ੍ਹਦੇ ਆ ਨਾ, ਸਤਿਗੁਰ ਕਹਿੰਦੇ ਅਰਖ ਜਤਨ ਕਰ ਆਤਮ ਨਹੀਂ ਦਰਵੈ। ਅੰਦਰਲੀ ਘਾਟ ਨਹੀਂ ਘੜੀ ਜਾਂਦੀ। ਹਰ ਦਰਗਾਹ ਕੋ ਕੈਸੇ ਗਵੇ, ਦੱਸ ਉੱਥੇ ਕਿਵੇਂ ਪ੍ਰਵਾਨ ਹੋਏਗਾ। ਇਹ ਘਾਟ ਕਰਨ ਲਈ ਬਾਹਰਲੇ ਯਤਨ ਨਹੀਂ ਚਾਹੀਦੇ। ਫਿਰ ਇਹ ਵੀ ਗੱਲ ਕੀਤੀ ਗੁਰੂ ਪਾਤਸ਼ਾਹ ਜੀ ਨੇ, ਮਰਨਾ ਜਾਹੀ ਜਿਨਾ ਬਿਸਰਤ ਰਾਮ, ਨਾਮ ਵੀ ਹੁਣ ਜੀਵਨ ਕੌਣ ਕਾਮ। ਅਖੀਰ ਤੇ ਬਾਦਸ਼ਾਹ ਨੇ ਇੱਕ ਬੜੀ ਵਧੀਆ ਗੱਲ ਕੀਤੀ, ਆਸਾ ਰਾਗ ਦੇ ਸ਼ਬਦ ਰਾਹੀਂ, ਕਹਿੰਦੇ ਡੀਗਰ ਡੋਲਾ ਤਉ ਲੋ ਜੋ ਮਨ ਕੇ ਪਰ, ਕੰਮ ਕਾਟੇ ਗੁਰ ਆਪਣੇ ਪਾਏ ਵਿਸ਼ਰਾਮਾ। ਓਏ ਬਿਖਾਦੀ ਦੁਖੀਆ ਤੇ ਗੁਰ ਤੇ ਹੁੰਦੇ, ਹਮ ਛੂਟੇ ਅਬ ਉਹਨਾਂ ਤੇ, ਓਏ ਹਮ ਤੇ ਛੂਟੇ। ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ, ਐਸੀ ਅਸਲੀ ਕਹਾਣੀ। ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਦਾ, ਬੰਧਨ ਕਦ ਤੱਕ ਪੈ ਰਹੇ। ਜਦ ਮਜ਼ਹਬ ਦੀ ਦੁਨੀਆ ਵਿੱਚ ਵਿਚਰਦੇ ਆ, ਮੇਰਾ ਤੇ ਤੇਰੇ ਦੀ ਗੱਲ ਆ। ਅਸੀਂ ਵੀ ਹੋ ਕੁਝ ਕਰਦੇ ਆ, ਮਜ਼ਹਬ ਦੀ ਦੁਨੀਆ 'ਚ ਵਿਚਰਦੇ ਆ, ਧਰਮੀ ਹੋਂਦੇ ਆ, ਲੇਕਿਨ ਮੇਰਾ ਤੇਰਾ ਦਾ ਜਾਣਤਾ ਤਬ ਹੀ ਤੇ ਬੰਦਾ ਵੱਜਾ ਹੋਇਆ। ਗੁਰ ਕਾਟੀ ਅਗਿਆਨਤਾ ਤਬ ਛੁੱਟ ਕੇ ਫੰਦਾ। ਗੁਰੂ ਦੇ ਬਿਨਾਂ, ਗੁਰੂ ਦੀ ਸ਼ਰਨ ਪੈਣ ਤੋਂ ਅਗਿਆਨਤਾ ਦੀ ਫਾਹੀ ਨਹੀਂ ਕੱਟੀ ਜਾ ਸਕਦੀ। ਤੇ ਫਿਰ ਕਹਿੰਦੇ ਨੇ ਜਬ ਲਗ ਹੁਕਮ ਨਾ ਬੂਝਤਾ, ਤਬ ਹੀ ਲੋ ਦੁਖੀਆ। ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਫਿਰ ਜਦੋਂ ਇਹ ਪਛਾਣ ਲਿਆ ਹੁਕਮ, ਫਿਰ ਅੱਗੋਂ ਢੰਡੋਰਾ ਦਿੰਦਾ, ਨਾ ਕੋ ਦੁਸ਼ਮਣ ਦੁਖੀਆ, ਨਾ ਹੀ ਕੋ ਮੰਦਾ, ਗੁਰ ਕੀ ਸੇਵਾ ਸੇਵਕੋ, ਨਾਨਕ ਖਸਮੈ ਬੰਦਾ। ਦੇਖੋ ਫਿਰ ਇਹ ਆਵਾਜ਼ ਆਈ ਅੰਦਰੋਂ। ਫਿਰ ਤਾਂ ਅਰਦਾਸ ਕੀ ਨਿਕਲਦੀ ਹੈ, ਉਹ ਨਿਕਲਦੀ ਹੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਅਰਦਾਸ ਅੰਦਰੋਂ ਨਿਕਲਦੀ ਹੈ। ਇਹ ਮਜ਼ਹਬ ਦੀ ਇਹ ਗੱਲ ਜਿਹੜੀ ਹੈ ਆਉਂਦੀ ਹੈ। ਗੁਰਸਿੱਖੀ ਵਿੱਚ ਸਾਡੇ ਕਿਰਦਾਰ ਆਚਾਰ ਦੀ ਕਸਵੱਟੀ ਇਹ ਹੈ ਕਿ ਮਨੁੱਖ ਅੱਠੇ ਪੈਰ ਉਸ ਵਾਹਿਗੁਰੂ ਦੀ ਸਿਰਜਣਹਾਰ ਦੀ ਯਾਦ ਵਿੱਚ ਲੱਗਾ ਰਹੇ। ਯਾਦ ਵਿੱਚ ਜੁੜ ਕਰਕੇ ਮਨ ਦਾ ਖੜਾਓ ਬਣੇਗਾ। ਫਿਰ ਕਹੇਗਾ ਸੋਹੇ ਸਨੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦਰੀ ਲਾਲੀ, ਪੰਧ ਜਲੰਧਰੀ ਮੇਰਾ ਅੰਦਰ ਠਿੱਡਾ ਗੁਰ ਦਰਸ਼ਨ ਦੇਖ ਨਿਹਾਲੀ। ਫਿਰ ਇੱਥੇ ਆ ਕੇ ਪਹੁੰਚਦਾ। ਫਿਰ ਕਰਤਾਰ ਦੀ ਰਜ਼ਾ ਮਿੱਠੀ ਲੱਗਦੀ ਹੈ ਤੇ ਸਾਰੀ ਸ੍ਰਿਸ਼ਟੀ ਦਾ ਭਲਾ ਲੋਚਦਾ ਹੈ। ਸਿੱਖੀ ਦੀ ਜਿਹੜੀ ਸਦਾਚਾਰ ਦੀ ਕਸਵੱਟੀ ਹੈ, ਚਾਰ ਵਿਹਾਰ ਦੀ, ਮਜ਼ਹਬ ਦੀ ਕਸਵੱਟੀ ਇਹ ਹੈ। ਇੱਥੇ ਇੱਕ ਸੋਚ ਲਿਮਟਡ ਨਹੀਂ ਹੈ, ਆਪਣੇ ਤੱਕ ਨਹੀਂ ਹੈ, ਪਰਿਵਾਰ ਤੱਕ ਨਹੀਂ ਹੈ, ਏਰੀਏ ਤੱਕ, ਮੁਹੱਲੇ ਤੱਕ ਨਹੀਂ ਹੈ। ਇੱਥੇ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦੇ ਭਲੇ ਦੀ ਸੋਚ ਹੈ। ਕਈ ਵਾਰੀ ਧਰਮ ਦੀ ਦੁਨੀਆ ਵਿੱਚ ਵਿਚਰਦਿਆਂ ਅਸੀਂ ਇਹ ਵੀ ਵੇਖਦੇ ਹਾਂ, ਅਸੀਂ ਇਹ ਵੀ ਦੇਖਦੇ ਹਾਂ ਕਿ ਬਾਹਰ ਭੇਖ ਕੋਈ ਵੀ ਧਾਰਨ ਕਰ ਲਈ ਜਾਏ, ਬੰਦਾ ਚੁੰਝ ਗਿਆਨੀ ਬਣ ਜਾਏ, ਸਾਡੇ ਵਰਗੇ ਜਿਵੇਂ ਗਿਆਨੀ ਪ੍ਰਚਾਰਕ ਬਣ ਜਾਂਦੇ ਆ, ਭਾਵੇਂ ਉਹ ਆਪਣੇ ਆਚਾਰ ਵਿਹਾਰ ਦੇ ਡੰਡੇ ਦੀ ਸੋਝੀ ਦੁਨੀਆ ਨੂੰ ਦੱਸਦਾ ਹੋਵੇ, ਪਰ ਮਨੁੱਖ ਦੀ ਅਸਲੀ ਚਾਲ ਚੱਲਣ ਉਸਦੇ ਰੁਖ ਦੇ ਅਨੁਸਾਰ ਹੀ ਹੋਏਗਾ। ਬਾਰ-ਬਾਰ ਮੈਂ ਗੱਲ ਰਿਪੀਟ ਇਸ ਕਰਕੇ ਕਰ ਰਿਹਾ ਵੀ ਅਸਲੀ ਮਨੁੱਖ ਦੀ ਜਿਹੜੀ ਮਜ਼ਹਬ ਉੱਥੋਂ ਪਰਖਿਆ ਜਾਂਦਾ ਉਹਦੇ ਅੰਦਰ ਕੀ ਹੈ, ਬਾਹਰੋਂ ਨਹੀਂ ਵਰਖਿਆ ਜਾਂਦਾ। ਬਾਹਰਲਾ ਲਿਬਾਸ, ਬਾਹਰਲਾ ਭੇਖ, ਇਹ ਬਾਹਰਲੀ ਜਿਹੜੀਆਂ ਚੀਜ਼ਾਂ ਨੇ, ਇਹ ਸਿਰਫ ਇਹ ਆਦੇਸ਼ ਵਿੱਚ ਰਹਿਣ ਦੀ ਗੱਲਬਾਤ ਹੈ। ਪਰ ਜਿਹੜੀ ਅਸਲ ਪਰਖ ਹੈ ਉਹ ਅੰਦਰਲੇ ਦੇ ਰੁਖ ਤੋਂ ਹੋਣੀ ਆ। ਉਸ ਦਾ ਰੁਖ ਕਿਹੜੇ ਪਾਸੇ, ਜਿਸ ਪਾਸੇ ਉਹਦਾ ਅੰਦਰਲੇ ਦਾ ਝੁਕਾਅ ਹੈ, ਜੇ ਕੁਝ ਚਿਰ ਲਈ ਉਹਦਾ ਪਾਜ ਬੜਿਆ ਵੀ ਜਾਵੇ ਤਾਂ ਅਖੀਰ ਉਗੜ ਜਾਏਗਾ। ਜੇ ਉਹਦਾ ਝੁਕਾਅ ਜਿਸ ਪਾਸੇ ਉਧਰ ਹੀ ਹੋਏਗਾ, ਕਿਉਂਕਿ ਗੁਰੂ ਸਾਹਿਬ ਦਾ ਬਚਨ ਹੈ, ਊੜ ਨਿਖੁੱਟੇ ਨਾਨਕਾ ਊੜਕ ਸੱਚ ਰਹੇ। ਇਹ ਗੁਰੂ ਸਾਹਿਬ ਦਾ ਬਚਨ ਹੈ, ਝੂਠ ਨਹੀਂ ਹੋ ਸਕਦਾ। ਦੇਖੋ
ਅੱਕ ਦੀ ਅਸੀਂ ਦੇਖਦੇ ਹਾਂ, ਅੱਕ ਦਾ ਬੂਟਾ ਕਦੀ ਦੇਖਿਆ ਹੋਵੇ, ਅੱਕ ਨੂੰ ਲੱਗੀ ਹੈ ਛੋਟੀਆਂ ਛੋਟੀਆਂ ਖੱਖੜੀਆਂ ਜਿਹੀਆਂ, ਦੂਰੋਂ ਅੰਬੀਆਂ ਵਰਗੀਆਂ ਲੱਗਦੀਆਂ। ਇਹ ਰਾਤ ਦਾ ਹਨੇਰਾ ਹੋਵੇ, ਹਨੇਰੇ ਵਿੱਚ ਉਹ ਅੰਬ ਦਾ ਰੂਪ ਦਿਖਾ ਕੇ ਭੁਲੇਖਾ ਪੈ ਜਾਂਦਾ ਹੈ ਕਿ ਉਹ ਅੰਬੀ ਵਰਗੀ ਹੈ। ਪਰ ਚਾਨਣ ਹੋਣ ਤੇ ਅੱਕ ਦੀ ਖੱਖੜੀ ਤੇ ਅੰਬੀ ਦਾ ਫਰਕ ਸਾਹਮਣੇ ਨਜ਼ਰ ਆ ਜਾਂਦਾ। ਚਾਨਣ ਹੋਣ ਤੇ ਅੱਕ ਨੂੰ ਲੱਗੀ ਹੋਈ ਉਹ ਖੱਖੜੀ ਜਿਹੀ ਤੇ ਅੰਬ ਨੂੰ ਲੱਗੀ ਹੋਈ ਅੰਬੀ ਦਾ ਫਰਕ ਸਾਨੂੰ ਸਾਹਮਣੇ ਨਜ਼ਰ ਆ ਜਾਂਦਾ। ਜੇ ਸਾਡੇ ਅੰਦਰ ਦਾ ਰੁੱਖ ਆਪਣੇ ਹੀ ਸੁੱਖਾਂ ਦੀ ਪ੍ਰਾਪਤੀ ਤੇ ਆਪਣੇ ਹੀ ਦੁੱਖਾਂ ਦੀ ਨਿਵਰਤੀ ਵਿੱਚ ਮਗਨ ਹੈ, ਤਾਂ ਮਨੁੱਖੋਂ ਭਾਵੇਂ ਕੁਰਬਾਨੀ ਦੇ ਗੀਤ ਗਾਈ ਜਾਈਏ, ਕੁਰਬਾਨੀ ਦੇ ਢਟੋਰੇ ਢੋਲ ਵਜਾਈ ਜਾਈਏ, ਜਿਸ ਵੇਲੇ ਪਰਖ ਦਾ ਸਮਾਂ ਆਏਗਾ ਪਾਜ ਸਾਡਾ ਉਗੜ ਜਾਏਗਾ। ਜਿਸ ਦੇ ਸਮਾਂ ਪਰਖ ਦਾ ਆਏਗਾ, ਜੇ ਸਾਡੇ ਅੰਦਰ ਦੀ ਗੱਲ, ਸਾਰੀ ਕਹਾਣੀ ਮਜ਼ਹਬ ਦਾ ਸੰਬੰਧ ਅੰਦਰ ਨਾਲ ਹੈ। ਬਾਹਰਲਾ ਸਿਰਫ ਸਾਡਾ ਜਿਹੜਾ ਫਿਰ ਕਰਦੇ ਆ ਇੱਕ ਕੌਮੀ ਡਿਸਪਲਿਨ ਕਿਹਾ ਜਾ ਸਕਦਾ ਹੈ, ਜ਼ਰੂਰੀ ਹੈ, ਲੇਕਿਨ ਜੇ ਅੰਦਰਲੀ ਘਾਟ ਨਹੀਂ ਘੜੀ ਤਾਂ ਫਿਰ ਬਾਹਰਲਾ ਸਾਡਾ ਪਾਇਆ ਹੋਇਆ ਤੇ ਇਹ ਵਰਦੀ, ਇਹ ਯੂਨੀਫਾਰਮ ਵੀ ਜਿਹੜੀ ਹੈ ਫਿਰ ਕੇਵਲ ਤਾਂ ਕੇਵਲ ਕਰਮਕਾਂਡ ਬਣ ਕੇ ਹੀ ਰਹਿ ਜਾਏਗੀ। ਕੇਵਲ ਤਾਂ ਕੇਵਲ ਯੂਨੀਫਾਰਮ ਹੈ, ਯੂਨੀਫਾਰਮਟੀ ਹੈ, ਕੌਮ ਦੀ ਹੁੰਦੀਆਂ ਨੇ, ਪਰ ਇਹਨੇ ਸਾਨੂੰ ਪ੍ਰੇਰਨਾ ਦੇਣੀ ਸੀ ਅੰਦਰ ਦੇ ਘਾਟ ਤੇ ਘੜਨ ਦੀ। ਮਜ਼ਹਬ ਦੇ ਚਿੰਨ੍ਹ ਹਨ ਤੇ ਮਜ਼ਹਬ ਦੇ ਚਿੰਨ੍ਹਾਂ ਨੇ ਸਾਨੂੰ ਅੰਦਰ ਘੜਨ ਦੀ ਗੱਲ ਕਰਨੀ ਸੀ। ਜੇ ਅੰਦਰ ਸਾਨੂੰ ਕਦੀ ਅੰਦਰੋਂ ਹਿਲਾਉਂਦੇ ਨਹੀਂ ਵੀ ਅਸੀਂ, ਇਹ ਚਿੰਨ੍ਹ ਸਾਨੂੰ ਅੰਦਰੋਂ ਕਿਤੇ ਹਲਾਰਾ ਨਹੀਂ ਦਿੰਦੇ ਵੀ ਅਸੀਂ ਅੰਦਰ ਨੂੰ ਘਾੜ ਤੇ ਘੜ ਲਈਏ, ਫਿਰ ਭਾਵੇਂ ਬਾਹਰ ਲੋਕਾਂ ਨੂੰ 3 ਫੁੱਟੀ ਪਾ ਕੇ ਹੱਥ 'ਚ ਫੜੀ ਦਿਖਾ ਦਈਏ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਆ ਕੇ ਤਖਤ ਸਾਹਿਬ ਤੇ ਆ ਕੇ ਕੋਈ ਸਿਗਰਟ ਪੀ ਕੇ ਚਲਾ ਜਾਏ, ਕੀ ਕਰਨੀ ਇਹੋ ਜਿਹੀ ਚਮਕਦੀ ਹੋਈ 3 ਫੁੱਟੀ ਜਿਹਦੇ ਅੰਦਰ ਦੀ ਘਾਟ ਦੀ ਨਹੀਂ ਘੜੀ। ਦੇਖੋ ਬੜੀ ਹੈਰਾਨੀ ਦੀ ਗੱਲ ਹੈ, ਤੁਸੀਂ 5-7-10 ਦਿਨ ਪਹਿਲਾਂ ਦੀ ਘਟਨਾ ਦੇਖੀ ਤਖਤ ਕੇਸਗੜ੍ਹ ਸਾਹਿਬ ਦੇ ਅੰਦਰ ਅੰਮ੍ਰਿਤ ਵੇਲੇ ਦਾ ਸਮਾਂ ਤੇ ਬੰਦਾ ਹਜ਼ੂਰੀ 'ਚ ਆ ਕੇ ਸਿਗਰਟ ਪੀ ਕੇ ਬੈਠਾ ਹੈ ਤੇ ਸਾਰੇ ਉੱਥੇ ਰਾਗੀ ਕੀਰਤਨ ਕਰ ਰਹੇ ਆ, ਕੀਰਤਨੀਏ ਕੀਰਤਨ ਕਰ ਰਹੇ ਆ। ਇਹੋ ਜਿਹੇ ਜਥੇਦਾਰ ਦੇ ਹੱਥ 'ਚ ਫੜੀ ਹੋਈ 3 ਫੁੱਟੀ ਕਿਰਪਾਨ ਫਿਰ ਕੀ ਹੋਈ? ਤੁਸੀਂ ਆਪੇ ਅੰਦਾਜ਼ਾ ਲਾ ਲਓ, ਮੈਨੂੰ ਤਾਂ ਦੱਸਣ ਦੀ ਲੋੜ ਨਹੀਂ ਵੀ ਕੀ ਅਸੀਂ ਚਮਕਦੀਆਂ ਹੋਈਆਂ ਸ਼ਮਸ਼ੀਰਾਂ ਦਿਖਾਉਣ ਲਈ ਰੱਖੀਆਂ ਹੋਈਆਂ ਨੇ, ਕਦ ਲਈ ਰੱਖੀਆਂ ਹੋਈਆਂ ਨੇ, ਕਿਸ ਵਾਸਤੇ ਸੀ? ਜੇ ਅਸੀਂ ਦੋਸ਼ੀ ਨੂੰ ਵੀ ਅਸੀਂ ਨਹੀਂ ਕੋਈ ਦੋਸ਼ ਕਰ ਸਕੇ ਜਾਂ ਦੋਸ਼ੀ ਨੂੰ ਅਸੀਂ ਉੱਥੋਂ ਭਜਾ ਦਿੱਤਾ, ਫਿਰ ਉਹਨੂੰ ਪੁਲਿਸ ਨੇ ਇਹ ਕਹਿ ਕੇ ਕਹਿ ਉਹਦੀ ਮੈਂਟਲ ਹਾਲਤ ਠੀਕ ਨਹੀਂ, ਉਹ ਤਾਂ ਅੱਗੇ ਤੁਹਾਡੇ ਵਿਰੋਧੀ ਦੀ ਜਿਹਨੂੰ ਜਿਹੜਾ ਮਰਜ਼ੀ ਕਰ ਜਾਵੇ ਉਹਦੀ ਮੈਂਟਲ ਹਾਲਤ ਖਰਾਬ ਹੋ ਜਾਂਦੀ ਹੈ, ਤੇ ਜਦੋਂ ਸਿੱਖ ਕੋਈ ਕਰੇ ਤਾਂ ਉਹ ਅੱਤਵਾਦੀ ਹੋ ਜਾਂਦਾ। ਮਤਲਬ ਇਹ ਗੱਲ ਕਿੱਥੋਂ ਸਾਡੇ ਸਾਹਮਣੇ ਆਉਂਦੀ? ਇੱਕ ਬੜੀ ਵਧੀਆ ਭਾਈ ਗੁਰਦਾਸ ਜੀ ਦੀ 35ਵੀਂ ਵਾਰ ਦੀ, ਸ਼ਾਇਦ 35ਵੀਂ ਵਾਰ ਦੀ ਪੌੜੀ ਹੈ, 19ਵੀਂ ਪੌੜੀ, ਬੜੀ ਪਿਆਰੀ ਗੱਲ ਭਾਈ ਗੁਰਦਾਸ ਜੀ ਨੇ ਕਹਿੰਦੇ, ਚਾਕਰ ਸਭ ਸਵਾਏ ਦੇ ਸਾਹਿਬ ਦਰਬਾਰੇ। ਚਾਕਰ ਦਾ ਨੌਕਰ, ਚਾਕਰ ਸਭ ਸਵਾਏ ਦੇ ਸਾਹਿਬ ਦਰਬਾਰੇ, ਨਿਵ ਨਿਵ ਕਰਨ ਜੁਹਾਰੀਆਂ ਸਭ ਥੈਂ ਹਥਿਆਰ ਹੈ। ਚੁੱਕ ਚੁੱਕ ਕੇ ਸਲਾਮਾਂ ਵੀ ਕਰਦੇ ਨੇ। ਮਜਲਸ ਬਹਿ ਬਫਾਏ ਦੇ ਬੋਲ ਬੋਲਣ ਭਾਰੇ, ਗਲੀਏ ਤੁਰ ਨਚਾਏ ਦੇ ਗਜਗਾ ਸਵਾਰੇ, ਰਣ ਵਿੱਚ ਪਿਆ ਜਾਣੀਆਂ ਜੋਧ ਭੱਜਣ ਹਾਰੇ, ਕਿਉਂ ਸਾਂਗ ਸੀ ਆਪਨ ਸਨਮੁਖਾਂ ਬੇਮੁਖ ਹਥਿਆਰੇ। ਹੁਣ ਇੱਥੇ ਉਹ ਚਾਕਰ ਲੱਗੇ ਚਾਕਰੀ, ਨਾਲੇ ਘਰ ਬਾਅਦ ਗੱਲਾਂ ਕਰੇ ਘਨੇਰੀਆਂ, ਕਸਮ ਨਾ ਪਾਏ ਸਾਥ, ਇੱਥੇ ਆਪ ਗਵਾਏ ਸੇਵਾ ਕਰ ਤਾਂ ਕਿਛ ਪਾਏ ਮਾਨ ਦੀ ਗੱਲ। ਧਰਮ ਦੀ ਦੁਨੀਆ 'ਚ ਆਪ ਗਵਾਏ ਸੇਵਾ ਕਰੇ ਸਿਖਾਉਂਦੀ ਹੈ, ਉਹ ਅੰਦਰ ਦੀ ਘਾਟ ਹੈ। ਆਪ ਗਵਾਏ ਸੇਵਾ ਕਰੇ ਤਾਂ ਦੀ ਗੱਲ ਸੁਣਦੀ ਹੈ। ਜਿਨ੍ਹਾਂ ਦਾ ਅੰਦਰਲਾ ਅਕਾਲ ਪੁਰਖ ਨਾਲ ਜੁੜਿਆ ਹੋਇਆ ਹੈ, ਉਹਨਾਂ ਦਾ ਆਦਰਸ਼ ਫਿਰ ਆਪਾ ਵਾਰ ਕੇ ਦੂਜਿਆਂ ਦੀ ਸੇਵਾ ਕਰਨੀ ਬਣਦਾ ਹੈ। ਦੁਨੀਆ ਦੀ ਮਾਇਆ ਭਾਵੇਂ ਕਿੰਨੇ ਚਮਤਕਾਰ ਦਿਖਾਏ, ਉਹਨਾਂ ਦੇ ਨੇੜੇ ਨਹੀਂ ਟੁਕਦੀ। ਦਾਵਾ ਅਗਨ ਬਹੁਤ ਨਿਚਾਲੇ ਕੋ ਹਰਿਓ ਬੂਟ ਰਹੋ ਦੀ ਜਿਹੜੀ ਗੱਲ ਗੁਰੂ ਪਾਤਸ਼ਾਹ ਕਹਿੰਦੇ ਨੇ ਵੀ ਕੋ ਹੈ ਹਰਿਆ ਬੂਟ ਬਿਰਲਾ ਹੀ ਹੈ, ਜੰਗਲ ਦੀ ਅੱਗ ਵਿੱਚ ਸਭ ਸੜ ਰਹੇ ਨੇ। ਇਹਨੇ ਇਹ ਨਾ ਸੋਚਣਾ ਨਹੀਂ, ਵੀ ਨਾਸ ਨਹੀਂ ਹੁੰਦਾ ਕਿਸੇ ਚੀਜ਼ ਦਾ, ਅੱਜ ਵੀ ਹਨ। ਤੁਸੀਂ ਦੇਖੋ, ਆਪਾਂ ਚੰਗੀ ਤਰ੍ਹਾਂ ਸੁੱਕੀਆਂ ਲੱਕੜਾਂ ਲੈ ਲਈਏ, ਉਹਨਾਂ ਨੂੰ ਤੀਲੀ ਦੇ ਨਾਲ ਅੱਗ ਲਾਈਏ, ਫਿਰ ਜਦੋਂ ਅੱਗ ਬਲ ਉੱਠਦੀ ਹੈ ਫਿਰ ਉੱਤੇ ਭਾਵੇਂ ਗਿੱਲੀਆਂ ਲੱਕੜਾਂ ਵੀ ਰੱਖ ਦਈਏ, ਕੀ ਹੁੰਦਾ? ਗਿੱਲੀਆਂ ਦੇ ਦਬਾਅ ਨਾਲ ਕਈ ਵਾਰੀ ਸੁੱਕੀਆਂ ਜਿਹੜੀਆਂ ਨੇ ਉਹ ਸੂ 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 ਕਰਕੇ ਹੀ ਬੁੱਝ ਜਾਂਦੀਆਂ ਹਨ।
ਸੁੱਕੀਆਂ ਲੱਕੜਾਂ ਅੱਗ ਬਲਣੀ ਚਾਹੀਦੀ ਸੀ, ਪਰ ਗਿੱਲੀਆਂ ਦੇ ਵਿੱਚੋਂ ਕਦੋਂ ਪਾਣੀ ਨਿਕਲਦਾ, ਸ਼ੂ ਸ਼ੂ ਦੀ ਆਵਾਜ਼ ਆਉਂਦੀ ਹੈ, ਤਾਂ ਉਹ ਵੀ ਜਿਹੜਾ ਹੈ ਉਹ ਮਜ਼ਬ ਹੋ ਜਾਂਦਾ। ਸੁੱਕੀਆਂ ਨੂੰ ਵੱਖ ਕਰਕੇ ਅੱਗ ਲਾ ਦਿਓ, ਸੁੱਕੀਆਂ ਲੱਕੜਾਂ ਚੰਗੀ ਤਰ੍ਹਾਂ ਬਲ ਜਾਂਦੀਆਂ ਨੇ, ਅੱਗ ਮੱਚ ਜਾਂਦੀ ਹੈ। ਹੁਣ ਗਿੱਲੀਆਂ ਲੱਕੜਾਂ ਉੱਤੇ ਰੱਖ ਦਈਏ, ਹੁਣ ਅੱਗ ਨਹੀਂ ਬੁਝਦੀ। ਜਦੋਂ ਚੰਗੀ ਤਰ੍ਹਾਂ ਮੱਚ ਗਈ ਫਿਰ ਨਹੀਂ ਬੁਝਦੀ। ਜਦੋਂ ਅਸੀਂ ਸੰਸਕਾਰ ਕਰਨ ਜਾਂਦੇ ਹਾਂ ਕਿਸੇ ਪ੍ਰਾਣੀ ਦਾ, ਇੱਥੇ ਤਾਂ ਚਲੋ ਇਲੈਕਟ੍ਰੋਨਿਕ ਹੈ ਸਿਸਟਮ ਹੈ, ਇਹ ਭਾਰਤ ਵਿੱਚ ਅਜੇ ਵੀ ਬਹੁਤ ਥਾਂ ਦੇ ਉੱਤੇ ਲੱਕੜਾਂ ਦੇ ਨਾਲ ਹੀ ਸੰਸਕਾਰ ਕੀਤਾ ਜਾਂਦਾ। ਉਹ ਜਿਹੜਾ ਬਾਲਣ ਦੇ ਵਿੱਚ ਲੱਕੜਾਂ ਅੱਧੀਆਂ ਸੁੱਕੀਆਂ ਹੁੰਦੀਆਂ, ਅੱਧੀਆਂ ਗਿੱਲੀਆਂ ਹੁੰਦੀਆਂ। ਜਦੋਂ ਸੁੱਕੀਆਂ ਨੂੰ ਅੱਗ ਲੱਗਦੀ ਹੈ ਤੇ ਗਿੱਲੀਆਂ ਵੀ ਨਾਲ ਹੀ ਬਲ ਜਾਂਦੀਆਂ ਨੇ, ਬਲ ਉੱਠਦੀਆਂ ਨੇ। ਆਪਾਂ ਦੇਖਦੇ ਹਾਂ ਉੱਥੇ ਹੁਣ ਜਦੋਂ ਇਹ ਵਿਛਾਉਂਦੀ, ਇਹ ਗਿੱਲੀਆਂ ਜਿਹੜੀਆਂ ਸੀ ਉਹ ਅੱਗ ਵੀ ਬਣ ਗਈਆਂ। ਹੁਣ ਇਹ ਮੈਂ ਕਿਉਂ ਗੱਲ ਸੁਣਾਈ ਹੈ, ਸਤਿਗੁਰ ਪਿਆਰੇ ਦੇ ਅੰਦਰ ਪੂਰਨ ਜੋਤ, ਸਤਿਗੁਰੂ ਜਦੋਂ ਦੀ ਅੰਦਰ ਜੋਤ ਜਿਹੜੀ ਜਗ ਰਹੀ ਸੀ ਸਤਿਗੁਰ ਦੇ ਗੁਰੂ ਦੇ ਅੰਦਰ, ਜਿਸ ਕਰਕੇ ਜੋ ਮਨੁੱਖ ਆਪ ਦੇ ਨੇੜੇ ਆਇਆ, ਆਪ ਦੇ ਬਚਨਾਂ ਨੂੰ ਸੁਣਿਆ, ਜਿਹਨੇ ਇਹ ਕਹਿ ਲਵਾਂ ਗੁਰੂ ਦੇ ਚਰਨਾਂ ਦੀ ਸ਼ੋਭ ਪ੍ਰਾਪਤ ਕਰ ਲਈ। ਦੂਜੇ ਲਫ਼ਜ਼ ਇਹੋ ਹੀ ਚਰਨ ਛੋਹ ਹੁੰਦੀ ਹੈ। ਚਰਨ ਛੋਹ ਕੋਈ ਹੋਰ ਨਹੀਂ ਹੁੰਦੀ ਵੀ ਪੈਰਾਂ ਨੂੰ ਹੱਥ ਲਾ ਕੇ ਦੇਖਿਆ। ਜਦ ਗੁਰੂ ਦੇ ਬਚਨਾਂ ਨੂੰ ਉਹਨੇ ਸੁਣਿਆ, ਤੇ ਜਦੋਂ ਉਹਨੇ ਇਹ ਗੁਰੂ ਦੇ ਇਸ ਸੱਚਮੁੱਚ ਅੰਦਰ ਜੋਤ ਜਗੀ ਹੋਈ ਨੂੰ ਦੇਖਿਆ, ਤਾਂ ਫਿਰ ਉਹਦੇ ਅੰਦਰ ਵੀ ਜਿਹੜੀ ਜੋਤ ਸੀ ਉਹ ਜਾਗੀ। ਭਾਵੇਂ ਉਹ ਸੱਜਣ ਠੱਗ ਸੀ, ਭਾਵੇਂ ਉਹ ਕੋਡਾ ਰਾਖਸ਼ ਸੀ, ਜਿਹੜਾ ਗੋਡਾ ਭੀਲ ਸੀ, ਗੋਡਾ ਉਹ ਵੀ ਮਨੁੱਖ ਬਣਾਤਾ ਗੁਰੂ ਸਾਹਿਬ ਜੀ ਨੇ। ਇੱਥੇ ਬਿਧੀ ਚੰਦ ਵਰਗੇ ਡਾਕੂ ਜਿਹੜੇ ਸੀ ਗੁਰੂ ਦਾ ਸੀਨਾ ਬਣ ਗਏ। ਇੱਥੇ ਤਾਂ ਭੂਮਿਆਂ ਵਰਗੇ ਚੋਰ ਜਿਹੜੇ ਸੀ ਗੁਰੂ ਦੇ ਆ ਕੇ ਕਿਉਂ ਗੁਰੂ ਨੇ ਅੰਦਰ ਜੋਤ ਜਗਾ ਦਿੱਤੀ। ਸੁੱਕੀ ਲੱਕੜ ਦੇ ਬਾਲਣ ਵਿੱਚ ਗਿੱਲੀਆਂ ਲੱਕੜਾਂ ਵੀ ਬਲ ਉੱਠੀਆਂ। ਇਹ ਮਜ਼ਹਬ ਦਾ ਇੱਕ ਢੰਗ ਹੈ, ਇੱਕ ਤਰੀਕਾ ਹੈ। ਇਤਿਹਾਸ ਵੱਲ ਝਾਤੀ ਮਾਰ ਲਓ, ਕਿੰਨੇ ਕਸ਼ਟ ਸਹਾਰੇ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਇਹਨਾਂ ਦੀਆਂ ਜਿਹੜੀਆਂ ਕਹਾਣੀਆਂ ਤੇ ਸਾਖੀਆਂ ਅੱਜ ਵੀ ਅਸੀਂ ਸੁਣਾਉਂਦੇ ਹਾਂ। ਹੁਣ ਇਹ ਕਿਵੇਂ ਆਪਾਂ ਕਹਿ ਲਈਏ ਆਪਣੇ ਆਚਾਰ ਦੇ, ਆਪਣੇ ਕਿਰਦਾਰ ਦੇ ਸਿਖਰਲੇ ਡੰਡੇ ਤੇ ਕਿਵੇਂ ਪਹੁੰਚੇ? ਇਸ ਦਾ ਇੱਕੋ ਇੱਕ ਉੱਤਰ ਹੈ ਕਿ ਉਹਨਾਂ ਦਾ ਆਤਮਾ ਆਪਣੇ ਮੂਲ ਕਾਰਨ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਿਆ ਹੋਇਆ ਸੀ। ਬਸ ਇੱਕੋ ਹੀ ਅੰਤਰ ਹੈ ਵੀ ਮਨ ਅੰਤਰਮੁਖੀ ਹੋ ਕੇ ਆਤਮਾ ਤੇ ਪਰਮਾਤਮਾ ਜਿਹੜੀ ਅੰਦਰ ਵਸਦੇ ਹੋਏ ਇੱਕ ਹੋ। ਇਹਦਾ ਇੱਕੋ ਇੱਕ ਜਵਾਬ ਹੈ, ਡਿੱਗਦੇ ਉਹ ਹਨ ਜਿਹੜੇ ਧੁਰੇ ਨਾਲੋਂ ਟੁੱਟੇ ਹੋਏ ਹੁੰਦੇ ਹਨ, ਜੁੜੇ ਹੋਏ ਕਦੀ ਨਹੀਂ ਟੁੱਟਦੇ। ਬਾਰ-ਬਾਰ ਬੇਨਤੀ ਕਰ ਰਹੇ ਹਾਂ, ਧਰਮ ਨੇ ਸਾਨੂੰ ਜੋੜਨਾ ਹੈ। ਧਰਮ ਦਾ ਜਿਹੜਾ ਕੰਮ ਹੈ ਸਾਨੂੰ ਜੋੜਨਾ ਹੈ। ਮੈਂ ਕਿੰਨੀ ਵਾਰੀ ਉਦਾਹਰਨ ਦਿੱਤੀ ਹੈ ਵੀ ਗੁਰੂ ਨਾਨਕ ਦੀ ਸੂਈ ਨੇ ਦੁਨੀ ਚੰਦ ਨੂੰ ਸੁੱਤੇ ਹੋਏ ਨੂੰ ਜਗਾ ਦਿੱਤਾ, ਤੇ ਟੁੱਟੇ ਹੋਏ ਨੂੰ ਗੁਰੂ ਨਾਨਕ ਦੀ ਸੂਈ ਨੇ ਜੋੜ ਦਿੱਤਾ। ਗੁਰੂ ਦੀ ਸੂਈ ਕੀ ਸੀ? ਗੁਰੂ ਦਾ ਸ਼ਬਦ ਸੀ ਨਾ। ਦੁਨੀ ਚੰਦ ਦਾ ਹੰਕਾਰੀ ਵੀ ਲਾਲੋ ਘੁਲ ਗਏ, ਲਾਲੋ ਨੂੰ ਸ਼ਬਦ ਦੀ ਸੂਈ ਦਿੱਤੀ। ਬਲਕ ਭਾਗੋ ਘੁਲ ਗਏ, ਭਾਗੋ ਦੇ ਭਾਗ ਖੋਲ ਦਿੱਤੇ। ਲਾਲੋ ਨੂੰ ਲਾਲੀ ਬਖਸ਼ ਦਿੱਤੀ ਗੁਰੂ ਨਾਨਕ ਪਾਤਸ਼ਾਹ ਨੇ। ਉਹ ਨਾਮ ਦੀ ਲਾਲੀ ਸੀ। ਕਿਹੜੀ ਲਾਲੀ ਸੀ? ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਕਹਾਣੀਆਂ ਜਿਹੜੀਆਂ ਹਨ, ਇੱਕ ਘਟਨਾ ਦੇ ਵਿੱਚੋਂ ਬੰਦੇ ਨੂੰ ਜੀਵਨ ਘੜਨ ਦੀ ਸਿੱਖਿਆ ਮਿਲਦੀ ਹੈ। ਅਸੀਂ ਤਾਂ ਉਹਨਾਂ ਨੂੰ ਉਹਦੇ ਜੀਵਨ ਸੁਣਾਉਂਦੇ ਵੇ ਗੁਰੂ ਸਾਹਿਬ ਦਾ ਜਨਮ ਇੰਨੇ ਰਾਏ ਭੋਏ ਤਲਵੰਡੀ ਤੇ ਆਏ ਨੇ, ਸਾਡੇ ਜਨੇਊ ਪਾਉਣ ਦਾ ਇਨਕਾਰ ਕਰਤਾ। ਕਿਉਂ ਕਰ ਦਿੱਤਾ? ਸਤਿਗੁਰੂ ਨੇ ਜਨੇਊ ਪਾਉਣ ਤੋਂ ਤਾਂ ਇਨਕਾਰ ਹੀ ਨਹੀਂ ਸੀ ਕੀਤਾ। ਉਹਨਾਂ ਨੇ ਇਹ ਗੱਲ ਕਹੀ ਸੀ ਇਹੋ ਜਿਹਾ ਜਨੇਊ ਨਹੀਂ ਪਾਉਣਾ। ਦੇਖੋ, ਗੱਲ ਗੁਰੂ ਸਾਹਿਬ ਦੇ ਵਿੱਚ ਸਮਝਣ ਦੀ ਲੋੜ ਸੀ। ਲਾਲੋ ਦੀ ਘਾਟ ਘੜ ਦਿੱਤੀ ਕਿ ਕਿੰਨੀ ਸਿੱਖਣ ਦੀ ਲੋੜ ਹੈ। ਕਿਰਤੀ ਬੰਦਾ ਕਿਵੇਂ ਰੱਬ ਨਾਲ ਜੁੜ ਸਕਦਾ, ਹੰਕਾਰੀ ਨੂੰ ਕਿਵੇਂ ਲਾਈਨ ਤੇ ਲਿਆ ਸਕਦੇ ਆ, ਮਜ਼ਹਬ ਕਿਵੇਂ ਸਿਖਾਉਂਦਾ, ਬਲਕ ਭਾਗੋ ਨੂੰ ਸਿਖਾ ਦਿੱਤਾ। ਇੱਕ ਗੁਰੂ ਨਾਨਕ ਦੇ, ਮੈਂ ਬਾਰ-ਬਾਰ ਬੇਨਤੀ ਕਰਦਾ, ਉਹਨਾਂ ਦੇ ਜੀਵਨ ਦੀ ਇੱਕ ਘਟਨਾ ਜਿੱਥੇ ਗੁਰੂ ਨਾਨਕ ਸਾਹਿਬ ਗਏ, ਉਹ ਤਾਂ ਬਹੁਤ ਹੀ ਕਮਾਲ ਦੀ ਸੇਧ ਬਖਸ਼ਦੀ ਹੈ ਵੀ ਗੁਰੂ ਕੇ ਸਿੱਖ ਦਾ ਜੀਵਨ ਕਿੱਦਾਂ ਹੋਣਾ ਚਾਹੀਦਾ, ਕਿਹੋ ਜਿਹਾ ਸਿੱਖ ਸਾਡਾ ਹੋ ਗਿਆ ਸਾਨੂੰ ਵਿਚਰਨਾ ਚਾਹੀਦਾ। ਹੁਣ ਮੈਂ ਦੂਜੀ ਗੱਲ, ਇੱਥੇ ਗੱਲ ਨੂੰ ਆਪਾਂ ਅੱਗੇ ਤੁਰ ਲਈਏ ਵੀ ਇਹ ਜਿਹੜਾ ਸਾਡਾ ਬਣਦਾ ਹੈ ਨਾ ਜੀਵਨ ਦਾ ਆਚਾਰ ਤੇ ਵਿਹਾਰ, ਇਹ ਧਰਮ ਦੇ ਆਸਰੇ ਤੋਂ ਬਿਨਾਂ ਨਹੀਂ ਚੱਲ ਸਕਦਾ। ਮੈਂ ਨਿਰਣੇ ਵਾਲੀ ਗੱਲ ਪਾਸੇ ਲਿਆਵਾਂ। ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਆਪਣੀ ਨਾਲ ਸਾਂਝੀ ਕੀਤੀਆਂ, ਇਹ ਮਜ਼ਹਬ ਦੀ ਗੱਲਾਂ ਕਿਉਂ ਕੀਤੀਆਂ ਵੀ ਆਚਾਰ ਵਿਹਾਰ ਦੇ ਅੰਦਰਲੇ ਦਾ ਰੁਖ ਜਿਹੜਾ ਹੈ ਧਰਮ ਤੋਂ ਬਿਨਾਂ ਨਹੀਂ ਬਣ ਸਕਦਾ। ਕਵਨ ਕਾਜ ਸਿਰਜੇ ਜਗ ਭੀਤਰ, ਇਹਦਾ ਪ੍ਰਸ਼ਨ ਦਾ ਉੱਤਰ ਵੀ, ਇਹਦਾ ਪ੍ਰਸ਼ਨ ਦਾ ਉੱਤਰ ਜਿਹੜਾ ਹੈ ਨਾ, ਉਹ ਵੀ ਸਾਨੂੰ ਸਮਝਣਾ ਪੈਣਾ। ਉਹਦੀ ਸਮਝ ਵੀ ਧਰਮ ਤੋਂ ਆਉਂਦੀ। ਕਵਨ ਕਾਜ ਸਿਰਜੇ ਜਗ ਭੀਤਰ, ਇਹਦੀ ਉੱਤਰ ਹੈਗਾ, ਇਹਦਾ ਉੱਤਰ ਵੀ ਸਾਨੂੰ ਲੱਭਣਾ ਪਏਗਾ।
ਉਹ ਹੈ ਅੰਦਰਲੇ ਪਾਸੇ ਰੁਖ ਕਰ। ਇਹਨਾਂ ਦੇ ਨਾਲ ਮਨੁੱਖ ਦਾ ਚੰਗਾ ਮੰਦਾ ਆਚਾਰ ਜਿਹੜਾ ਹੈ ਉਹ ਤਾਂ ਹੀ ਬਣਦਾ ਹੈ। ਆਮ ਤੌਰ ਤੇ ਫਿਲਾਸਫੀ ਜਾਂ ਸਾਇੰਸ ਦੇ ਵਿਦਵਾਨ ਜਿਹੜੇ ਨੇ ਉਹ ਸਦਾ ਤੋਂ ਧਰਮ ਦਾ ਨੂੰ ਮਾਹੌਲ ਕਰਦੇ ਆਏ। ਦਾਰਸ਼ਨਿਕ ਲੋਕ ਵੀ, ਸਾਇੰਟਿਸਟ ਲੋਕ ਵੀ ਆਮ ਤੌਰ ਤੇ, ਮੈਂ 100% ਨਹੀਂ ਕਹਿ ਰਿਹਾ, ਆਮ ਤੌਰ ਤੇ ਇਹਨਾਂ ਦੇ ਖਿਆਲ ਅਨੁਸਾਰ ਧਰਮ ਪਖੰਡ ਵਾਲੇ ਪਾਸੇ ਦਾ ਰੁਖ ਮੋੜਦਾ ਹੈ। ਇਹਨਾਂ ਦਾ ਖਿਆਲ ਇਹ ਹੈ ਵੀ ਆਚਾਰ ਵਿਹਾਰ ਦਾ ਧਰਮ ਨਾਲ ਕੋਈ ਸੰਬੰਧ ਹੀ ਨਹੀਂ। ਇਹ ਲੋਕਾਂ ਦੀ ਇਹ ਰਾਏ ਹੈ। ਧਰਮ ਤੋਂ ਬਿਨਾਂ ਮਨੁੱਖ ਆਪਣੇ ਆਪ ਨੂੰ ਚਾਲ ਚੱਲਣ ਨੂੰ ਠੀਕ ਰੱਖ ਸਕਦਾ। ਇਹ ਫਾਲਤੂ ਭਾਰ ਹੈ ਮਨੁੱਖ ਦੇ ਉੱਤੇ। ਜਿਹੜੇ ਦਾਰਸ਼ਨਿਕ ਲੋਕ ਨੇ ਬਹੁਤ ਆਪਣੇ ਆਪ ਨੂੰ ਵਿਦਵਾਨ ਕਹਾਉਂਦੇ ਨੇ, ਇਹਨਾਂ ਦੀਆਂ ਕਿਤਾਬਾਂ ਪੜਾਂਗੇ ਤਾਂ ਉਹਨਾਂ 'ਚ ਵੀ ਇਹੋ ਜਿਹੀਆਂ ਤੁਹਾਨੂੰ ਚੀਜ਼ਾਂ ਮਿਲਣਗੀਆਂ। ਸਾਇੰਟਿਸਟ ਵੀ ਇਹੋ ਗੱਲ ਕਹਿੰਦੇ ਨੇ। ਉਹ ਕਹਿੰਦੇ ਖਿਲਾਫ ਜਿਹੜਾ ਬੰਦੇ ਦਾ ਸਿੱਖ ਫਿਲਾਸਫੀ ਤੋਂ ਬਣਦਾ, ਸੋਚ ਤੋਂ ਬਣਦਾ। ਹੁਣ ਗੱਲ ਤਾਂ ਉਹਨਾਂ ਦੀ ਇੱਥੇ ਤੱਕ ਤਾਂ ਠੀਕ ਸੀ, ਪਰ ਉਹ ਕਹਿੰਦੇ ਧਰਮ ਦੀ ਕੋਈ ਲੋੜ ਨਹੀਂ। ਜੇ ਸ਼ਾਸਤਰਾਂ ਦੀ ਆਪਾਂ ਧਰਮ ਗ੍ਰੰਥਾਂ ਦੀ ਖੋਜ ਕਰਦੇ ਹਾਂ ਤਾਂ ਸਾਨੂੰ ਇਹ ਗੱਲ ਪਤਾ ਲੱਗ ਜਾਂਦੀ ਹੈ ਕਿ ਕਿਸੇ ਨੇ ਵੀ ਅੰਦਰਲੇ ਦਾ ਰੁਖ ਬਿਨਾਂ ਧਰਮ ਤੋਂ, ਮਜ਼ਹਬ ਤੋਂ ਨਹੀਂ ਕੀਤਾ। ਨਾ ਕੋਈ ਸਾਇੰਸ ਨੇ ਐਸਾ ਫਾਰਮੂਲਾ ਦੱਸਿਆ, ਨਾ ਹੀ ਕਿਤੇ ਸਾਨੂੰ ਕਿਸੇ ਦਾਰਸ਼ਨਿਕ ਨੇ ਫਾਰਮੂਲਾ ਦੱਸਿਆ। ਇਹ ਫਾਰਮੂਲਾ ਦੱਸਿਆ ਤਾਂ ਗੁਰੂ ਨਾਨਕ ਪਾਤਸ਼ਾਹ ਦੀ ਵਿੱਚ ਰੂਪ ਵਿੱਚ ਆਈ ਹੋਈ ਜਿਹੜੀ ਜੋਤ ਸੀ ਉਹਨੇ ਦੱਸਿਆ। ਕੀ ਸੀ ਉਹ? ਸੀ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣੁਕਾ ਤੂੰ ਆਓ ਹਮਾਰੇ ਪਾਸ। ਗੁਰੂ ਅਰਜਨ ਦੇਵ ਮਹਾਰਾਜ ਦਾ ਬਚਨ ਹੈ। ਭਾਈ ਗੁਰਦਾਸ ਜੀ ਵੀ ਕਹਿੰਦੇ ਪਹਿਲੇ ਗੁਰੂ ਉਪਦੇਸ਼ ਦੇ ਸਿੱਖ ਪੈਰੀ ਪਾਏ, ਸਾਧ ਸੰਗਤ ਕਰ ਧਰਮਸਾਲ ਸਿੱਖ ਸੇਵਾ ਲਾਏ। ਭਾਈ ਗੁਰਦਾਸ ਜੀ ਵੀ ਇਹੋ ਗੱਲ ਕਹਿੰਦੇ ਨੇ। ਸਾਹਿਬ ਗੁਰੂ ਕੀ ਧਰ ਪਾਤਸ਼ਾਹ ਦੀਵਾਨ 'ਚ ਬੈਠੇ ਨੇ। ਸਭ ਤੋਂ ਹਜ਼ੂਰੀ ਵਿੱਚ ਸਭ ਤੋਂ ਅੱਗੇ ਇੱਕ ਸੁੰਦਰ ਬਸਤਰਾਂ ਵਾਲਾ ਸਿੰਘ ਬੈਠਾ ਹੋਇਆ, ਆਮ ਬੈਠਿਆ ਕਰਦਾ ਸੀ। ਹੁਕਮ ਹੋਇਆ, ਨੌਜਵਾਨ ਹੈ, ਵੀ ਜਲ ਦਾ ਗਲਾਸ ਲਿਆਓ। ਸਿੰਘ ਜਲ ਲੈ ਕੇ ਹਾਜ਼ਰ ਹੋ ਗਿਆ। ਉਹਨਾਂ ਦੇ ਹੱਥ ਵੱਲ ਵੇਖ ਕੇ ਸਤਿਗੁਰੂ ਮੁਸਕਰਾਏ। ਉਸ ਨੌਜਵਾਨ ਦੇ ਸੋਹਣੇ ਸਜੇ ਹੋਏ ਸਸਤੇ ਬਸਤਰ ਦੇਖ ਕੇ, ਉਹਦੇ ਹੱਥ ਦੇਖ ਕੇ ਮੁਸਕਰਾ ਪਏ। ਕਹਿਣ ਲੱਗੇ, ਭਾਈ ਦੇਖੋ, ਇੱਥੇ ਵੀ ਗੁਰੂ ਸਾਹਿਬ ਦੇ ਲਫ਼ਜ਼ ਭਾਈ ਵਰਤੇ ਆ। ਭਾਈ ਤੇਰੇ ਹੱਥ ਬੜੇ ਕੋਮਲ ਹਨ। ਤੇ ਉੱਤਰ ਦਿੱਤਾ, ਹਜ਼ੂਰ ਇਹਨਾਂ ਹੱਥਾਂ ਨਾਲ ਅੱਜ ਪਹਿਲੇ ਦਿਨ ਆਪ ਦੇ ਵਾਸਤੇ ਜਲ ਲਿਆਇਆ, ਨਹੀਂ ਤਾਂ ਕਦੀ ਇਹਨਾਂ ਹੱਥਾਂ ਨਾਲ ਕੰਮ ਕਰਨ ਦਾ ਮੌਕਾ ਹੀ ਨਹੀਂ ਮਿਲਿਆ। ਤੇ ਇਹ ਸੁਣ ਕੇ ਸਤਿਗੁਰ ਨੇ ਉਹ ਜਲ ਦਾ ਗਲਾਸ ਵਾਪਸ ਮੋੜ ਦਿੱਤਾ ਤੇ ਆਖਿਆ ਕਿ ਆਓ ਭਾਈ ਗੁਰਦਾਸ ਜੀ ਨੂੰ ਪੁੱਛ ਲੈਂਦੇ। ਭਾਈ ਸਾਹਿਬ ਕਹਿੰਦੇ, ਤ੍ਰਿਗ ਸਿਰ ਜੋ ਗੁਰ ਨਾ ਨਿਭੈ, ਗੁਰ ਲੱਗੇ ਨਾ ਚਰਨੀ। ਤ੍ਰਿਗ ਲੋਏ ਨੇ ਗੁਰਦਰਸ਼ ਬਿਨ, ਵੇਖੇ ਪਰ ਤਰਨੀ। ਵੀ ਉਹ ਸਿਰ ਕਾਹਦਾ ਜਿਹੜਾ ਗੁਰੂ ਅੱਗੇ ਨਾ ਝੁਕੇ, ਲਾਨਤ ਸੀ। ਫਿਟਕਾ 100 ਵਾਰੀ ਲਾਨਤ ਹੈ ਉਹਦੇ ਜਿਹੜੇ ਗੁਰੂ ਦੇ ਚਰਨਾਂ ਤੇ ਨਹੀਂ ਝੁਕਦਾ। ਅੱਖਾਂ ਜਿਹੜੀਆਂ ਹਨ, ਜਿਹੜਾ ਗੁਰੂ ਦਰਸ਼ਨ ਤੋਂ ਬਿਨਾਂ ਕਿਸੇ ਦਾ ਰੂਪ ਦੇਖਦੀਆਂ ਨੇ, ਤ੍ਰਿਗਵਾਂ ਹਨ। ਅੱਖਾਂ ਦੀ ਕੋਈ ਕੀਮਤ ਨਹੀਂ। ਤ੍ਰਿਗ ਸਰਵਨ ਉਪਦੇਸ਼ ਬਿਨ, ਸੁਣ ਸੁਰਤ ਨਾ ਧਰਨੀ। ਉਹ ਕਾਹਦੇ ਕਾਰਨ ਨੇ, ਕੀ ਵੈਲਿਊ ਉਸ ਕਰਨਾ ਦਾ, ਜਿਹੜੀ ਨਿੰਦਾ ਚੁਗਲੀ 'ਚ ਹੀ ਲੱਗੇ, ਗੁਰੂ ਦਾ ਉਪਦੇਸ਼ ਸੁਣ ਕੇ ਕਦੀ ਆਪਣੇ ਅੰਦਰ ਨਹੀਂ ਵਸਾਉਂਦੇ। ਤ੍ਰਿਗ ਜੇਵਾ ਗੁਰ ਸ਼ਬਦ ਬਿਨ, ਹੋਰ ਮੰਤਰ ਸਿਮਰਨੀ। ਹੁਣ ਇਦੋਂ ਵੱਡੀ ਤਾਂ ਕੋਈ ਗਵਾਹੀ ਨਹੀਂ ਨਾ। ਗੁਰੂ ਦੇ ਸ਼ਬਦ ਤੋਂ ਬਿਨਾਂ ਹੋਰ ਮੰਤਰ ਦਾ ਸਿਮਰਨ ਕਰਨ ਵਾਲੇ ਤ੍ਰਿਕਾਰ ਹਨ। ਇਹ ਤੋਂ ਵੱਧ ਕੀ ਹੋ ਸਕਦੀ ਹੈ? ਇਹ ਤੋਂ ਵੱਧ ਕੀ ਗਰੰਟੀ ਅਸੀਂ ਚਾਹੁੰਦੇ ਹਾਂ ਵੀ ਅਸੀਂ ਫਲਾਣਾ ਵੀ ਕਰ ਲਈਏ, ਉਹ ਵੀ ਕਰ ਲਈਏ, ਉਹ ਵੀ ਕਰ ਲਈਏ। ਤ੍ਰਿਗ ਜੇਵਾ ਗੁਰ ਸ਼ਬਦ ਬਿਨ, ਹੋਰ ਮੰਤਰ ਸਿਮਰਨੀ। ਬਿਨ ਸੇਵਾ ਤ੍ਰਿਗ ਹੱਥ ਪੈਰ, ਹੋਰ ਨਿਫਲ ਕਰਨੀ। ਪੀਰ ਮੁਰੀਦਾਂ ਪਿਰਹੜੀ, ਸੁਖ ਸਤਿਗੁਰ ਸ਼ਨ। ਇਹ ਨਿਸ਼ਚਾ ਹੈ ਕਰਾਉਣ ਵਾਸਤੇ ਵੀ ਸਾਰੀ ਰਚਨਾ ਸਿਰਜਣਹਾਰ ਦੀ ਹੈ। ਅਸੀਂ ਸਾਰੇ ਜੀਵ ਉਸਦੇ ਬੱਚੇ ਹਾਂ। ਮਨੁੱਖ ਦੀ ਸੇਵਾ ਇੱਕ ਰਸ ਹੋ ਕੇ ਕਰਨੀ ਚਾਹੀਦੀ ਹੈ। ਇਹਦੇ ਲਈ ਜ਼ਰੂਰੀ ਹੈ ਕਿ ਸਾਡੇ ਅੰਦਰਲੇ ਦਾ ਰੁਖ ਉਸ ਸਿਰਜਣਹਾਰ ਦੇ ਚਰਨਾਂ ਵੱਲ ਹੋਵੇ, ਉਸ ਸਿਰਜਣਹਾਰ ਦੇ ਨਾਲ ਜੁੜਿਆ ਰਹੇ। ਤੇ ਫਿਰ ਗੁਰਸਿੱਖੀ ਵਾਲਾ ਸੱਚਾ ਸੁੱਚਾ ਰਾਹ ਸਤਿਗੁਰੂ ਇਸ ਪਟੜੀ ਤੇ ਚਾੜ ਦਿੰਦਾ ਹੈ। ਸੈਣਾ ਵੈਦ ਹੈ ਮੇਰਾ ਸਤਿਗੁਰੂ। ਉਹ ਜਾਣਦਾ ਹੈ
ਕਿ ਹਉਮੈ ਦਾ ਰੋਗ ਉੱਠੇਗਾ, ਉਹ ਜੇ ਤਾਂ ਉੱਠੇਗਾ ਜੇ ਅੰਦਰਲਾ ਟਿਕਾਣੇ ਤੇ ਨਾ ਜੁੜੇ। ਫਿਰ ਸਤਿਗੁਰੂ ਨੂੰ ਵੀ ਗੱਲ ਪਤਾ ਸੀ ਵੀ ਹਉਮੈ ਦਾ ਰੋਗ ਉੱਠੇਗਾ ਕਿ ਜੇ ਅੰਦਰਲਾ ਰੁੱਖ ਥੋੜਾ ਜਿਹਾ ਬਾਹਰ ਨੂੰ ਹੋ ਜਾਏ। ਉਹਨੇ ਪਹਿਲੇ ਹੀ ਇਹ ਗੱਲ ਸਮਝਾ ਦਿੱਤੀ, ਟਿਕਾਣੇ ਤੇ ਨਾ ਹੋਣ ਕਰਕੇ ਮਨੁੱਖ ਨਿਸ਼ਕਾਮ ਸੇਵਾ ਨਹੀਂ ਕਰ ਸਕਦਾ। ਇਸ ਵਾਸਤੇ ਸਤਿਗੁਰੂ ਜੀ ਨੇ ਮਨੁੱਖ ਨੂੰ ਦੇ ਅੰਦਰਲੇ ਨੂੰ ਅਸਲੀ ਧੁਰੇ ਨਾਲ ਜੋੜਿਆ। ਉਹ ਹੈ ਧਰਮ, ਉਹ ਹੈ ਮਜਬ, ਉਹ ਹੈ ਮਨ ਵਿੱਚ ਹੈ ਸਤਿਗੁਰੂ ਕੇ ਪਾਸ, ਤੇ ਸੇਵਕ ਹੈ ਕਾਰਜ ਰਾਸ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਗੁਰੂ ਕਿਰਪਾ ਕਰੇ ਅੰਦਰਲੇ ਵੱਲ ਰੁੱਖ ਸਾਡਾ ਥੋੜਾ ਬਣਨਾ। ਮਜਬ ਇਹ ਗੱਲ ਸਿਖਾਉਂਦਾ ਹੈ, ਮਜਬ ਇਹ ਅੰਦਰਲੀ ਘਾੜਤ ਕੱਢਦਾ ਹੈ। ਅੱਜ ਦਾ ਮੇਰਾ ਵਿਸ਼ਾ ਸਿਰਫ ਇਸੇ ਤੇ ਸੀ ਵੀ ਮਜਬ ਅੰਦਰ ਦੀ ਘਾੜਤ ਕੱਢਦਾ ਹੈ, ਦੁਨੀਆ ਨਾਲ ਨਫ਼ਰਤ ਨਹੀਂ, ਮੁਹੱਬਤ ਪਿਆਰ ਸਿਖਾਉਂਦਾ ਹੈ। ਇਹ ਤਾਂ ਸੰਸਾਰ ਦੇ ਭਲੇ ਦੀ ਗੱਲ ਕਰਦਾ, ਇਹ ਤਾਂ ਹੁਕਮ ਰਜਾਈ ਚੱਲਣ ਦੀ ਗੱਲ ਸਿਖਾਉਂਦਾ ਹੈ, ਇਹ ਆਪਾਂ ਵਾਰ ਕੇ ਦੂਜੇ ਨੂੰ ਬਚਾਉਣ ਦੀ ਗੱਲ ਸਿਖਾਉਂਦਾ ਹੈ, ਇਹ ਤਾਂ ਦੂਜਿਆਂ ਦੇ ਲੱਥੇ ਹੋਏ ਜੀਵਾਂ ਨੂੰ ਬਦਲੇ ਆਪਣਾ ਸਿਰ ਲਵਾ ਦਿੰਦਾ ਹੈ, ਇਹ ਤਾਂ ਆਪਣੇ ਦੂਜਿਆਂ ਨੂੰ ਆਜ਼ਾਦੀ ਦਾ ਹੱਕ ਦਿਵਾਉਣ ਲਈ ਆਪਣੀ ਆਜ਼ਾਦੀ ਵੀ ਕੁਰਬਾਨ ਕਰ ਦਿੰਦਾ ਹੈ। ਗੁਰੂ ਬਖਸ਼ਿਸ਼ ਕਰੇ ਇਹ ਮਜ਼ਹਬ ਜਿਹੜਾ ਹੈ ਇਹਦੇ ਅਸੂਲ ਸਾਨੂੰ ਵੀ ਸਿੱਖਣ ਦੇ, ਸਾਡੇ ਹਿਰਦੇ ਵਿੱਚ ਇਹਨਾਂ ਦਾ ਵਾਸਾ ਹੋ ਜਾਏ। ਭੁੱਲ ਚੁੱਕੀ ਦੀ ਖਿਮਾ ਜੀ, ਅੱਗੇ ਫਿਰ ਆਪਾਂ ਇਹਨੂੰ ਜਾਰੀ ਰੱਖਾਂਗੇ। ਤੇ ਵਿਚਾਰਾਂ ਨੂੰ ਸਿੱਖ ਧਰਮ ਵਿੱਚ ਮੈਂ ਅੱਜ ਸ਼ੁਰੂ ਕਰਨਾ ਸੀ ਲੇਕਿਨ ਸਮਾਂ ਹੋ ਗਿਆ। ਤੇ ਸਿੱਖ ਧਰਮ ਵਿੱਚ ਧਰਮ ਦੀ ਕੀ ਲੋੜ ਹੈ, ਮਜ਼ਹਬ ਦੀ ਕੀ ਲੋੜ ਹੈ, ਇਹ ਵਿਚਾਰਾ ਆਪਾਂ ਫਿਰ ਹੋਰ ਅੱਗੇ ਕਰਾਂਗੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ, ਪਿਆਰ ਸਤਿ ਫਤਿਹ ਦੀ ਸਾਂਝ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।